दोस्तों ਅੱਜ ਦੀ ਵੀਡੀਓ ਵਿੱਚ ਦੇਖੋ ਆਪਾਂ ਕਰੰਟ ਅਫੇਅਰ ਜਿਹੜੇ 2020 ਦੇ ਮੋਸਟ ਇੰਪੋਰਟੈਂਟ ਸੀਗੇ। ਠੀਕ ਹੈ, ਇਹ ਤੋਂ ਪਹਿਲਾਂ ਮੈਂ 2 ਵੀਡੀਓ ਆਲਰੇਡੀ ਕਰੰਟ ਅਫੇਅਰ ਦੇ ਉੱਪਰ ਬਣਾ ਚੁੱਕਿਆ। ਠੀਕ ਹੈ, ਇਸ ਵੀਡੀਓ ਤੋਂ ਬਾਅਦ ਤੁਸੀਂ ਇਹ ਸੋਚ ਕੇ ਚੱਲਿਓ ਵੀ ਜਿਹੜਾ ਤੁਹਾਡਾ 2020 ਤੇ ਜਨਵਰੀ ਤੱਕ ਦਾ ਠੀਕ ਹੈ ਔਰ ਫਰਵਰੀ ਸਟਾਰਟਿੰਗ ਦਾ ਉਹ ਤੁਹਾਡਾ 90% ਤਾਂ ਆਪਾਂ ਕਵਰ ਕਰਤਾ ਜਿਹੜੇ ਮੋਸਟ ਇੰਪੋਰਟੈਂਟ ਜਿਹਦੇ ਵਿੱਚੋਂ ਕੁਐਸਚਨ ਆਣਗੇ। ਠੀਕ ਹੈ, ਜਿਹੜਾ ਫਰਵਰੀ ਤੇ ਮਾਰਚ ਦੇ ਜਿਹੜੇ ਹੁਣ ਰੀਸੈਂਟਲੀ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹਦਾ ਮੈਂ ਵੀਡੀਓ ਅੱਗੇ ਬਣਾਉਂਗਾ। ਠੀਕ ਹੈ, ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਇਹਨਾਂ ਵੀਡੀਓ ਵਿੱਚੋਂ ਹੀ ਸਾਰਾ ਕੁਐਸਚਨ ਆਣ ਕਰੰਟ ਅਫੇਅਰ ਸਾਰਾ ਇਸ ਵਿੱਚੋਂ ਆਵੇ। ਠੀਕ ਹੈ, ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸਭ ਤੋਂ ਪਹਿਲਾਂ ਅਟਲ ਟਨਲ। ਠੀਕ ਹੈ, ਅਟਲ ਟਨਲ ਕਿੱਥੇ ਹੈ? ਹਿਮਾਚਲ ਪ੍ਰਦੇਸ਼ ਵਿੱਚ ਹੈ। ਠੀਕ ਹੈ, ਜਿਹੜਾ ਕਿਹਨੂੰ ਕਨੈਕਟ ਕਰਦਾ? ਸੋਲਨ ਵੈਲੀ ਹੈ ਜਿਹੜੀ ਮਨਾਲੀ ਵਿੱਚ, ਤੇ ਲਾਹੌਲ ਸਪੀਤੀ ਵਿੱਚ ਜਿਹੜਾ ਸਿਸੂ ਹੈ, ਇਹਨਾਂ ਦੋਨਾਂ ਨੂੰ ਕਨੈਕਟ ਕਰਦਾ। ਠੀਕ ਹੈ, ਇਹ ਕਿਉਂ ਬਣਾਇਆ ਗਿਆ? ਮਨਾਲੀ ਤੇ ਲੇਹ ਰੋਡ ਹੈ ਜਿਹੜਾ ਮਨਾਲੀ ਤੋਂ ਲੇਹ ਰੋਡ ਹੈ। ਠੀਕ ਹੈ, ਆਲ ਵੈਦਰ ਦੀ ਕਨੈਕਟੀਵਿਟੀ ਲਈ ਠੀਕ ਹੈ ਇਹ ਆਪਾਂ ਟਨਲ ਬਣਾਇਆ ਗਿਆ। ਠੀਕ ਹੈ, ਇਹਦਾ ਆਈਡੀਆ ਕਿਹਨੇ ਦਿੱਤਾ ਸੀਗਾ? ਇੰਦਰਾ ਗਾਂਧੀ ਗਵਰਨਮੈਂਟ ਨੇ ਦਿੱਤਾ ਸੀਗਾ। ਲੇਕਿਨ ਇਹਦੀ ਫਾਊਂਡੇਸ਼ਨ ਕਿਸ ਦੇ ਟਾਈਮ ਤੇ ਰੱਖੀ ਗਈ ਸੀਗੀ? ਅਟਲ ਬਿਹਾਰੀ ਵਾਜਪੇਈ ਜੀ ਦੇ ਟਾਈਮ ਤੇ ਰੱਖੀ ਗਈ ਸੀਗੀ। ਠੀਕ ਹੈ, ਤੇ ਇਸ ਦਾ ਨਾਮ ਪਹਿਲਾਂ ਰੋਹਤਾਂਗ ਟਨਲ ਸੀਗਾ, ਲੇਕਿਨ ਅਟਲ ਜੀ ਦੀ ਯਾਦ ਵਿੱਚ ਇਹਦਾ ਨਾਮ ਚੇਂਜ ਕਰਕੇ ਅਟਲ ਟਨਲ ਰੱਖਿਆ ਗਿਆ ਹੈ। ਠੀਕ ਹੈ, ਇਸ ਨੂੰ ਬਣਾਇਆ ਕਿਸ ਨੇ? ਕੰਸਟਰਕਟ ਕਿਹਨੇ ਕਰਵਾਇਆ? ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਕਰਵਾਇਆ। ਠੀਕ ਹੈ, ਤੇ ਇਹ ਕਿਹੜੀ ਟੈਕਨੋਲੋਜੀ ਰਾਹੀਂ ਬਣਿਆ ਟਨਲ? ਰੋਵਾ ਫਲਾਇਰ ਟੈਕਨੋਲੋਜੀ ਹੈ ਇੱਕ, ਜਿਸ ਵਿੱਚ ਇੰਜੀਨੀਅਰ ਇਨਵਰਟਡ ਲੈਵਲ ਤੇ ਵੀ ਕੰਮ ਕਰ ਸਕਦੇ ਨੇ। ਠੀਕ ਹੈ, ਤੇ ਇਹ ਇੱਕ ਇਹੋ ਜਿਹੀ ਟਨਲ ਹੈ ਜਿਹੜੀ ਕਿ ਵਰਲਡ ਦੀ ਲੌਂਗੈਸਟ ਹਾਈਵੇ ਟਨਲ ਹੈ, ਸਭ ਤੋਂ ਲੰਬੀ ਹਾਈਵੇ ਟਨਲ ਹੈ ਜੇ ਆਪਾਂ ਗੱਲ ਕਰੀਏ ਐਲਟੀਟਿਊਡ 10,000 ਫੀਟ ਤੋਂ ਉੱਪਰ ਦੀ ਗੱਲ ਕਰੀਏ। ਠੀਕ ਹੈ, ਤੇ 9 ਕਿਲੋਮੀਟਰ ਲੌਂਗ ਹੈ। ਇਹ ਕਿਹਨੂੰ ਕੱਟ ਕਰਦੀ ਹੈ? ਪੀਰ ਪੰਜਲ ਰੇਂਜ ਨੂੰ ਕੱਟ ਕਰਦੀ ਹੈ। ਠੀਕ ਹੈ, ਇਹ ਤੁਸੀਂ ਸਾਰੇ ਕੁਐਸਚਨ ਯਾਦ ਰੱਖਿਓ ਕਿਉਂਕਿ ਸਾਰੇ ਇੰਪੋਰਟੈਂਟ ਨੇ। ਨੈਕਸਟ ਹੈਗੇ ਪਬਲਿਕ ਅਫੇਅਰਸ ਇੰਡੈਕਸ 2020। ਠੀਕ ਹੈ, ਇਸ ਵਿੱਚ ਜਿਹੜੀ ਕਿ ਬੈਸਟ ਸਟੇਟਸ ਨੇ ਜਿਨ੍ਹਾਂ ਦਾ ਗਵਰਨੈਂਸ, ਜਿੱਥੇ ਗਵਰਨੈਂਸ ਬਹੁਤ ਵਧੀਆ ਹੈ। ਠੀਕ ਹੈ, ਉਹ ਸਟੇਟਸ ਵਿੱਚੋਂ ਕੇਰਲਾ ਨੂੰ ਵਧੀਆ ਬੈਸਟ ਗਵਰਨੈਂਸ ਸਟੇਟ ਕਿਹਾ ਗਿਆ ਹੈ। ਠੀਕ ਹੈ, ਉਸ ਤੋਂ ਬਾਅਦ ਯੂਟੀਜ਼ ਦੀ ਗੱਲ ਕਰੀਏ ਤਾਂ ਉਸ ਵਿੱਚ ਚੰਡੀਗੜ੍ਹ ਦਾ ਵੀ ਨਾਮ ਹੈ। ਠੀਕ ਹੈ, ਅੱਗੇ CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਬਾਰੇ ਦੇਖੋ, ਜਿਵੇਂ CBI ਨੇ ਕਿਸੇ ਜਗ੍ਹਾ ਤੇ ਪ੍ਰੋਬ ਕਰਨਾ ਹੈ, ਜਾਂ ਤਾਂ ਉਹਨੂੰ ਦੇਖੋ ਸਟੇਟ ਗਵਰਨਮੈਂਟ ਰਿਕੁਐਸਟ ਕਰੇ, ਠੀਕ ਹੈ, ਤੇ ਯੂਨੀਅਨ ਗਵਰਨਮੈਂਟ ਐਗਰੀ ਕਰੇ। ਦੂਜਾ, ਜਾਂ ਫਿਰ ਉਹਨੂੰ ਕੋਈ ਸੁਪਰੀਮ ਕੋਰਟ ਹਾਈ ਕੋਰਟ ਆਰਡਰ ਦੇਵੇ। ਠੀਕ ਹੈ, ਜਾਂ ਫਿਰ ਯੂਟੀਸ ਦੇ ਕੇਸ ਵਿੱਚ ਉਹ ਆਪਣਾ ਇਨਵੈਸਟੀਗੇਸ਼ਨ ਕਰ ਸਕਦੀ ਹੈ। ਠੀਕ ਹੈ, ਤੇ ਜਰਨਲ ਕਨਸੈਂਟ ਦਾ ਮਤਲਬ ਕੀ ਹੁੰਦਾ? ਜਰਨਲ ਕਨਸੈਪਟ ਦਾ ਮਤਲਬ ਇਹ ਹੈਗਾ ਜਿਸ ਵਿੱਚ ਕਿ ਸਟੇਟ ਦਾ ਜਿਹੜੀ ਸਟੇਟ ਗਵਰਨਮੈਂਟ ਆ ਉਹਦਾ ਕਨਸੈਂਟ ਮੈਂਡੇਟਰੀ ਹੁੰਦਾ। ਠੀਕ ਹੈ, ਤੇ ਉਹ ਇੱਕ ਕੇਸ ਇੱਦਾਂ ਹੋਇਆ ਸੀਗਾ ਜਿਸ ਵਿੱਚ ਕਿ ਮਤਲਬ ਸਟੇਟ ਨੇ ਪਹਿਲਾਂ ਕਨਸੈਂਟ ਦਿੱਤਾ ਸੀ ਤੇ ਬਾਅਦ 'ਚ ਵਿਡਰੋ ਕਰ ਲਿਆ ਸੀਗਾ, ਤਾਂ ਉਹ ਕਿਹੜੀ ਸਟੇਟ ਨੇ ਕੀਤਾ ਸੀਗਾ? ਕੇਰਲਾ ਨੇ ਕੀਤਾ ਸੀਗਾ। ਠੀਕ ਹੈ, ਤੁਸੀਂ ਯਾਦ ਰੱਖਣਾ। ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ। ਠੀਕ ਹੈ, ਇਸ ਵਿੱਚ ਕੀ ਸੀਗਾ ਯਾਰ ਵੀ ਜਿਹੜੇ ਪ੍ਰੈਗਨੈਂਟ ਵੂਮੈਨਸ ਨੇ, ਠੀਕ ਹੈ, ਜਿਹੜੇ ਚਿਲਡਰਨ ਨੇ, ਠੀਕ ਹੈ, ਉਹਨਾਂ ਦੀ ਜਿਹੜੇ ਨਿਊਟ੍ਰੀਸ਼ਨ ਹੈ ਉਹਨੂੰ ਇੰਪਰੂਵ ਕਰਨ ਲਈ ਇਹ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਲੈ ਕੇ ਆਏ ਸੀਗੇ। ਠੀਕ ਹੈ, ਇਸ ਵਿੱਚ ਕੁਐਸਚਨ ਸਿੱਧਾ ਇੱਕੋ ਹੀ ਆ ਸਕਦਾ ਹੈ ਕਿ ਇਹਦਾ ਦੂਜਾ ਨਾਮ ਕੀ ਹੈ? ਪੋਸ਼ਣ ਅਭਿਆਨ ਦੇ ਨਾਮ ਤੋਂ ਵੀ ਇਹਨੂੰ ਜਾਣਿਆ ਜਾਂਦਾ ਹੈ। ਠੀਕ ਹੈ, ਅਗਰ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਇੱਕ ਵਾਰ ਪੜ੍ਹ ਸਕਦੇ ਹੋ, ਲੇਕਿਨ ਕੁਐਸਚਨ ਤਾਂ ਇਹੀ ਬਣਦਾ ਜਿਹੜਾ ਮੈਂ ਤੁਹਾਨੂੰ ਦੱਸਿਆ। NPCI ਐਂਡ WhatsApp ਦਾ ਕੀ ਚੱਕਰ ਸੀਗਾ? ਠੀਕ ਹੈ, ਦੇਖੋ ਜਿਹੜਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਉਹਨੇ ਅਲਾਓ ਕਰਤਾ, ਠੀਕ ਹੈ, ਫੇਸਬੁੱਕ ਔਨਡ WhatsApp। ਠੀਕ ਹੈ, ਜਿਹੜਾ ਫੇਸਬੁੱਕ ਹੈ ਉਹਨੇ ਔਨ ਕੀਤਾ WhatsApp ਨੂੰ। ਠੀਕ ਹੈ, ਉਹ ਜਿਹੜਾ ਆਪਣਾ ਇੱਕ ਪੇਮੈਂਟ ਸਿਸਟਮ ਹੈ ਉਹ ਲੈ ਕੇ ਆ ਸਕਦਾ। ਠੀਕ ਹੈ, ਤਾਂ ਮਤਲਬ WhatsApp 'ਚ ਵੀ ਤੁਸੀਂ ਹੁਣ ਛੇਤੀ, ਠੀਕ ਹੈ, ਆਪਣਾ ਉਹਨਾਂ ਦਾ WhatsApp ਦੇ ਥਰੂ ਵੀ ਪੇਮੈਂਟ ਕਰ ਸਕਾਂਗੇ। ਠੀਕ ਹੈ, ਉਹ ਕਿਹਦੇ ਥਰੂ ਕਰ ਪਾਵਾਂਗੇ? ਆਪਾਂ UPI ਦੇ ਥਰੂ ਕਰ ਪਾਵਾਂਗੇ। UPI ਦੀ ਫੁੱਲ ਫਾਰਮ ਵੀ ਯਾਦ ਰੱਖਿਓ, ਯੂਨੀਫਾਈਡ ਪੇਮੈਂਟ ਇੰਟਰਫੇਸ। ਠੀਕ ਹੈ, ਇਹ 3-4 ਚੀਜ਼ਾਂ ਯਾਦ ਰੱਖਿਓ। ਬੁੱਕਸ ਬਾਏ ਪ੍ਰੈਜ਼ੀਡੈਂਟ। ਠੀਕ ਹੈ, ਜਿਹੜਾ ਬੁੱਕਸ ਲਿਖੀਆਂ ਨੇ ਪ੍ਰੈਜ਼ੀਡੈਂਟ ਕਿਹੜਾ ਆਪਣਾ ਹੁਣ? ਰਾਮਨਾਥ ਕੋਵਿੰਦ। ਠੀਕ ਹੈ, ਤੇ ਉਹ ਕਿਹੜੀ ਬੁੱਕ ਲਿਖੀ ਹੈ? ਰਿਪਬਲਿਕਨ ਐਥਿਕ ਵੋਲੀਅਮ 3, ਲੋਕਤੰਤਰ ਕੇ ਸਵਾਰ। ਠੀਕ ਹੈ, ਤੇ ਬੁੱਕ ਕਿਹਨੂੰ ਡਿਸਕਰਾਈਬ ਕਰਦੀਆਂ ਨੇ? ਜਿੰਨੇ ਵੀ ਪਹਿਲੇ ਪ੍ਰੈਜ਼ੀਡੈਂਟ ਸੀਗੇ। ਠੀਕ ਹੈ, ਸਪੀਚਿਸ ਨੇ ਜਿਹੜੀਆਂ ਉਹਨਾਂ ਦੀਆਂ, ਠੀਕ ਹੈ, ਅਬਾਊਟ ਇੰਡੀਆ ਤੇ ਵਿਜ਼ਨ ਔਨ COVID-19। ਠੀਕ ਹੈ, ਅੱਗੇ ਚਲੋ। ਸੰਵਤ
77, ਠੀਕ ਹੈ। ਇਹ ਕਦੋਂ ਬਿਗਿਨ ਹੋਇਆ ਸੀਗਾ? ਨਵੰਬਰ 16 ਵਿੱਚ ਹੋਇਆ ਸੀਗਾ। ਤੇ ਅਦਰ ਫੈਸਟੀਵਲ ਇਸ ਦਿਨ ਕਿਹੜੇ ਨੇ? ਭਾਈ ਦੂਜ ਤੇ ਬਹੂ ਬੀਜ, ਠੀਕ ਹੈ। ਚਲੋ, ਜਿਹੜਾ ਗਿਨੀਜ਼ ਬੁੱਕ ਵਿੱਚ ਯੋਧਿਆ ਦਾ ਨਾਮ ਕਾਹਤੋਂ ਆਇਆ ਸੀਗਾ? ਕਿਉਂਕਿ ਯਾਰ ਜਿਹੜਾ ਸਰਿਊ ਨਦੀ ਸੀਗੀ ਨਾ, ਠੀਕ ਹੈ, ਸਰਿਊ ਰਿਵਰ ਦੇ ਕਿਨਾਰੇ ਇੰਨੇ ਲੈਂਪ ਜਲਾਏ ਗਏ ਸੀਗੇ, ਠੀਕ ਹੈ, ਇੱਕੋ ਹੀ ਟਾਈਮ ਤੇ 45 ਮਿੰਟ ਉਹ ਇਕੱਠੇ ਜਲਦੇ ਰਹੇ ਸੀਗੇ, ਠੀਕ ਹੈ, ਤਾਂ ਕਰਕੇ ਇਹਦਾ ਨਾਮ ਗਿਨੀਜ਼ ਬੁੱਕ ਵਿੱਚ ਆ ਗਿਆ ਸੀਗਾ। ਗੰਗਾ ਉਤਸਵ ਜਿਹੜਾ ਮਤਲਬ ਇੱਕ ਤਰ੍ਹਾਂ ਦਾ ਤੁਸੀਂ ਇਹ ਲਗਾ ਲਓ ਵੀ ਇਹਨੂੰ ਸੈਲੀਬ੍ਰੇਟ ਕਰਦੇ ਨੇ, ਠੀਕ ਹੈ। ਸੈਲੀਬ੍ਰੇਟ ਕਿਉਂ ਕਰਦੇ ਨੇ? ਕੌਣ ਕਰਦਾ? ਪਹਿਲਾਂ ਤਾਂ ਨੈਸ਼ਨਲ ਮਿਸ਼ਨ ਫॉर ਕਲੀਨ ਗੰਗਾ ਤੇ ਮਿਨਿਸਟਰੀ ਆਫ ਜਲ ਸ਼ਕਤੀ ਨੇ ਇਹਨੂੰ ਆਰਗੇਨਾਈਜ਼ ਕੀਤਾ ਸੀਗਾ, ਠੀਕ ਹੈ। 2 ਦਿਨ ਚੱਲਿਆ ਸੀਗਾ, ਨਵੰਬਰ 2 ਤੋਂ ਨਵੰਬਰ 4, ਠੀਕ ਹੈ। ਇਹਦੀ 12ਵੀਂ ਐਨੀਵਰਸਰੀ ਸੀਗੀ, ਠੀਕ ਹੈ, ਜਦੋਂ ਗੰਗਾ ਨੂੰ ਇੱਕ ਨੈਸ਼ਨਲ ਰਿਵਰ ਡਿਕਲੇਅਰ ਕੀਤਾ ਗਿਆ ਸੀਗਾ, ਠੀਕ ਹੈ। ਤਾਂ ਕੁਐਸਚਨ ਹੁਣ ਕੀ ਬਣੂਗਾ? ਕੁਐਸਚਨ ਬਣੂਗਾ ਕਿ ਜਿਹੜੀ ਗੰਗਾ ਹੈ ਉਹ ਲੌਂਗੈਸਟ ਰਿਵਰ ਹੈ, ਇੱਕ ਤਾਂ ਇਹ ਯਾਦ ਰੱਖੋ, ਇੰਡੀਆ ਦੀ, ਠੀਕ ਹੈ। ਕਿੱਥੋਂ ਓਰੀਜਨੇਟ ਹੁੰਦੀ ਹੈ? ਗੰਗੋਤਰੀ ਗਲੇਸ਼ੀਅਰ ਤੋਂ ਓਰੀਜਨੇਟ ਹੁੰਦੀ ਹੈ, ਤੇ ਬੇ ਆਫ ਬੰਗਾਲ 'ਚ ਗਿਰਨ ਤੋਂ ਪਹਿਲਾਂ ਬ੍ਰਹਮਪੁੱਤਰਾ ਨੂੰ ਮਿਲ ਜਾਂਦੀ ਹੈ। ਤੇ ਇਹਦੀ ਦੇਖੋ ਲੈਂਥ ਕਿੰਨੀ ਹੈ? 2510 ਕਿਲੋਮੀਟਰ ਹੈ, ਠੀਕ ਹੈ। ਤੇ ਗੰਗਾ ਜਿਹੜੀ ਡਿਕਲੇਅਰਡ ਸੀਗੀ ਨੈਸ਼ਨਲ ਰਿਵਰ, ਉਹ 4 ਨਵੰਬਰ 2008 ਵਿੱਚ ਇਹਨੂੰ ਨੈਸ਼ਨਲ ਰਿਵਰ ਦਾ ਦਰਜਾ ਦਿੱਤਾ ਗਿਆ ਸੀਗਾ। ਲੋਕਲ ਫॉर ਵੋਕਲ ਦੇ ਨਾਲ ਨਾਲ ਜਿਹੜਾ ਲੋਕਲ ਫॉर ਦੀਵਾਲੀ ਦਾ ਵੀ PM ਨੇ ਆਪਣਾ ਸੰਦੇਸ਼ ਭੇਜਿਆ ਸੀਗਾ। ਉਹ ਕਿਉਂ ਸੀਗਾ ਕਿ ਯਾਰ ਵੀ ਜਿਹੜਾ ਦੀਵਾਲੀ ਤੇ ਤੁਸੀਂ ਦੀਵੇ ਜਲਾਉਂਦੇ ਹੋ, ਜੋ ਵੀ ਚੀਜ਼ਾਂ ਜਲਾਉਂਦੇ ਹੋ, ਵੀ ਉਹ ਤੁਸੀਂ ਆਪਣੇ ਲੋਕਲ ਬੰਦਿਆਂ ਦੀ ਖਰੀਦੋ ਤਾਂ ਕਿ ਉਹਨਾਂ ਨੂੰ ਵੀ ਸਟਰੈਂਥਨ ਮਿਲੇ ਤੇ ਉਹ ਵੀ ਕੌਨਫੀਡੈਂਸ ਮਹਿਸੂਸ ਕਰਨ, ਠੀਕ ਹੈ। ਅਗਲਾ ਮੋਸ ਗਾਰਡਨ, ਜਿਹੜਾ ਮੋਸ ਗਾਰਡਨ ਕੀ ਹੈ ਯਾਰ? ਜਿਹੜੇ ਤੁਸੀਂ ਫਲੋਰਾ ਸੁਣੇ ਹੋਣੇ, ਠੀਕ ਹੈ, ਪਲਾਂਟਸ ਇੱਕ ਤਰ੍ਹਾਂ ਦੇ ਨੇ, ਠੀਕ ਹੈ। ਇਹ ਕੀ ਚੀਜ਼ ਨੇ? ਬਹੁਤ ਪੁਰਾਣੇ ਨੇ, ਜੁਰਾਸਿਕ ਈਰਾ ਦੇ ਨੇ ਇਹ, ਠੀਕ ਹੈ। ਤੇ ਉਸ ਵਿੱਚ ਕਿੱਥੇ ਬਣਾਇਆ ਗਿਆ? ਇੰਡੀਆਜ਼ ਫਸਟ ਮੋਸ ਗਾਰਡਨ, ਠੀਕ ਹੈ, ਖੁਰਪਤਾਲ ਇਨ ਨੈਨੀਤਾਲ। ਇਹ ਉੱਤਰਾਖੰਡ ਵਿੱਚ ਹੈ, ਯੂਪੀ ਵਿੱਚ ਨਹੀਂ, ਇਹ ਉੱਤਰਾਖੰਡ ਵਿੱਚ ਹੈ, ਠੀਕ ਹੈ। ਤੇ ਵਾਟ ਇਜ਼ ਦਾ ਏਮ ਬਿਹਾਈਂਡ ਦਿਸ ਗਾਰਡਨ, ਠੀਕ ਹੈ। ਮਤਲਬ ਜਿਹੜੇ ਯਾਰ ਮਤਲਬ ਕੰਜ਼ਰਵ ਕਰਨਾ ਆਪਣੀ ਪੁਰਾਣੀ ਜਿਹੜੀਆਂ ਸਪੀਸੀਜ਼ ਨੇ ਉਹਨਾਂ ਨੂੰ ਕੰਜ਼ਰਵ ਕਰਨ ਲਈ ਨੇ, ਠੀਕ ਹੈ। ਤੇ ਟੂਰਿਸਟ ਨੂੰ ਅਟਰੈਕਟ ਕਰਨ ਲਈ ਨੇ, ਠੀਕ ਹੈ, ਉਹ ਤਾਂ ਹੈ ਹੀ ਨੇ। ਦ ਮੋਸ ਗਾਰਡਨ ਜਿਹੜਾ ਹਾਊਸਿਸ ਨੇ ਉਹ 30 ਡਿਫਰੈਂਟ ਸਪੀਸੀਜ਼ ਨੇ ਉੱਥੇ ਮੋਸ ਦੀਆਂ, ਠੀਕ ਹੈ। ਚਲੋ, ਇਹ ਵੀ ਹੋ ਗਿਆ। ਫਾਸਟੈਗ ਮੈਂਡੇਟਰੀ ਦੇਖੋ ਹੁਣ 15 ਫਰਵਰੀ ਤੱਕ ਇਹਨੂੰ ਥੋੜਾ ਪਹਿਲਾਂ 1 ਜਨਵਰੀ 2021 ਸੀਗਾ, ਲੇਕਿਨ ਇਸ ਨੂੰ ਫਿਰ ਥੋੜਾ ਜਿਹਾ ਰਿਲੈਕਸ਼ਨ ਕਰਦੇ ਕਰਦੇ 14 ਤੋਂ 15 ਫਰਵਰੀ ਤੱਕ ਕਰਤਾ, ਤੇ ਹੁਣ ਤਾਂ ਬਿਲਕੁਲ ਹੀ ਕੰਪਲਸਰੀ ਕਰ ਦਿੱਤਾ ਗਿਆ ਫਾਸਟੈਗ ਲਗਾਉਣਾ। ਫਾਸਟੈਗ ਕਿਸ ਚੀਜ਼ ਲਈ ਹੈ? ਜਿਹੜੇ ਯਾਰ ਤੁਸੀਂ ਟੋਲ ਟੈਕਸ ਨੂੰ ਕ੍ਰੋਸ ਕਰਦੇ ਹੋ, ਠੀਕ ਹੈ, ਟੋਲ ਟੈਕਸ ਤੇ ਲਾਈਨਾਂ ਬਹੁਤ ਲੰਬੀਆਂ ਲੱਗਦੀਆਂ ਸੀਗੀਆਂ, ਠੀਕ ਹੈ, ਉਹਨੂੰ ਘੱਟ ਕਰਨ ਲਈ ਫਾਸਟੈਗ ਗੱਡੀਆਂ ਤੇ ਲਵਾਉਣਾ ਮਤਲਬ ਮੈਂਡੇਟਰੀ ਕਰ ਦਿੱਤਾ ਗਿਆ। ਨੈਕਸਟ ਹੈਗਾ ਸ਼੍ਰੀ ਸ਼ਕਤੀ ਚੈਲੰਜ। ਸ਼੍ਰੀ ਸ਼ਕਤੀ ਚੈਲੰਜ ਕੀ ਹੈ ਯਾਰ? ਵੀ ਇਹ ਪਹਿਲਾਂ ਸਭ ਤੋਂ ਪਹਿਲਾਂ ਆਰਗੇਨਾਈਜ਼ ਕਿਹਨੇ ਕੀਤਾ ਸੀਗਾ? ਠੀਕ ਹੈ, ਮਾਈ ਗਵਰਨਮੈਂਟ ਤੇ UN ਵੂਮੈਨ ਨੇ ਅਪ੍ਰੈਲ 2020 ਵਿੱਚ ਜਿਹੜੀਆਂ ਵੂਮੈਨ ਨੇ ਉਹਨਾਂ ਨੂੰ ਇਨਕਰੇਜ ਕਰਨਾ, ਉਹਨਾਂ ਦੇ ਸਟਾਰਟਅਪ ਨੂੰ ਇਨਕਰੇਜ ਕਰਨਾ। ਕਿਸ ਚੀਜ਼ ਲਈ? ਵੀ ਉਹ ਆਪਣਾ COVID-19 ਦੇ ਰਿਲੇਟਿਡ ਮਤਲਬ ਕੁਝ ਇਨੋਵੇਟਿਵ ਆਈਡੀਆ ਲੈ ਕੇ ਆਉਣ, ਉਸ ਲਈ ਇਹ ਸੀਗਾ ਸ਼੍ਰੀ ਸ਼ਕਤੀ ਚੈਲੰਜ, ਠੀਕ ਹੈ। ਨੈਕਸਟ ਹੈ ਖਾਦੀ ਫੈਬਰਿਕ ਫੁੱਟਵੇਅਰ ਸੀਗਾ, ਜਿਹੜਾ ਇਹ ਯੂਨੀਅਨ ਮਿਨਿਸਟਰ ਫॉर MSME ਨਿਤਿਨ ਗਡਕਰੀ ਨੇ, ਠੀਕ ਹੈ, ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਦਾ ਜਿਹੜਾ ਮਿਨਿਸਟਰ ਨਿਤਿਨ ਗਡਕਰੀ, ਠੀਕ ਹੈ, ਉਸਨੇ ਮਤਲਬ ਇਹਨੂੰ ਲਾਂਚ ਕੀਤਾ ਸੀਗਾ ਖਾਦੀ ਫੈਬਰਿਕ ਫੁੱਟਵੇਅਰ, ਠੀਕ ਹੈ। ਤਾਂ ਮਤਲਬ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ, ਚਲੋ ਇਸ ਵਿੱਚ ਕੁਐਸਚਨ ਤਾਂ ਘੱਟ ਹੀ ਆਉਣ ਦੇ ਚਾਂਸ ਨੇ। ਸਵਾਮਿਤਵ ਸਕੀਮ, ਠੀਕ ਹੈ, ਸਵਾਮਿਤਵ ਸਕੀਮ ਕੀ ਹੈ? PM ਮੋਦੀ ਨੇ ਪੰਚਾਇਤੀ ਰਾਜ ਦਿਵਸ ਦੇ ਦਿਨ ਜਿਹੜੇ ਮਤਲਬ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਹੈ ਜਿਨ੍ਹਾਂ ਦੀ ਪਿੰਡਾਂ ਵਿੱਚ, ਉਹਨਾਂ ਨੂੰ ਓਨਰਸ਼ਿਪ ਰਾਈਟ ਦੇਣ ਦੀ ਗੱਲ ਕੀਤੀ ਗਈ ਸੀਗੀ ਤਾਂ ਕਿ ਉਹ ਉਹਦੇ ਅਗੇਂਸਟ ਲੋਨ ਵੀ ਲੈ ਸਕਣ, ਠੀਕ ਹੈ। ਚਲੋ, ਸਕੀਮ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ। ਨੈਕਸਟ ਹੈ ਫੈਲੂਡਾ। ਫੈਲੂਡਾ ਕੀ ਚੀਜ਼ ਹੈ ਯਾਰ? ਵੀ ਜਿਹੜਾ ਮਤਲਬ ਤੁਸੀਂ ਜਦੋਂ COVID-19 ਹੈ, ਕੋਵਿਡ ਨੂੰ ਚੈੱਕ ਕਰਨਾ ਹੈ, ਠੀਕ ਹੈ, ਤਾਂ ਇੱਕ ਮਤਲਬ ਲੋ ਕੋਸਟ ਪੇਪਰ ਬੇਸਡ ਟੈਸਟ ਸਟ੍ਰਿਪ ਹੈ, ਮਤਲਬ ਇੱਕ ਸਟ੍ਰਿਪ ਟਾਈਪ ਦੀ ਹੈ, ਪੇਪਰ ਦੀ ਸਟ੍ਰਿਪ ਹੈ, ਠੀਕ ਹੈ। ਉਹ ਲੈਸ ਦੈਨ 30 ਮਿੰਟ ਵਿੱਚ COVID-19 ਨੂੰ ਡਿਟੈਕਟ ਕਰ ਲੈਂਦੀ ਹੈ, ਠੀਕ ਹੈ। ਇਹਨੂੰ CSIR ਤੇ ਟਾਟਾ ਗਰੁੱਪ ਨੇ ਬਣਾਇਆ ਸੀਗਾ ਮਿਲ ਕੇ, ਠੀਕ ਹੈ। ਬਾਕੀ ਤੁਸੀਂ ਇਹਨੂੰ ਪੜ੍ਹ ਸਕਦੇ ਹੋ, ਲੇਕਿਨ ਫੈਲੂਡਾ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਸਟ੍ਰਿਪ ਹੈ, ਪੇਪਰ ਦੀ ਸਟ੍ਰਿਪ ਹੈ COVID-19 ਨੂੰ ਡਿਟੈਕਟ ਕਰਨ ਲਈ, ਠੀਕ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ।
ਹਾਥਰਸ ਕੇਸ ਯਾਰ ਦੇਖੋ ਯੂਪੀ ਵਿੱਚ ਇੱਕ ਪਿੰਡ ਹੈ ਹਾਥਰਸ, ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹਾਥਰਸ ਕਿੱਥੇ ਹੈ, ਇਹ ਯੂਪੀ ਵਿੱਚ ਹੈ, ਠੀਕ ਹੈ। ਤੇ ਇੱਥੇ ਕੀ ਹੋਇਆ ਸੀਗਾ, ਇੱਥੇ ਯਾਰ ਇੱਕ ਦਲਿਤ ਕੁੜੀ ਸੀਗੀ ਜਿਹੜੀ ਜਿਹਨੂੰ ਮਤਲਬ ਜਲਾ ਦਿੱਤਾ ਗਿਆ ਸੀਗਾ ਮਾਰ ਕੇ, ਠੀਕ ਹੈ। ਉਸਨੂੰ ਉਸਦੇ ਪੇਰੈਂਟਸ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ ਸੀਗਾ ਤੇ ਬਹੁਤ ਜ਼ਿਆਦਾ ਨਿਊਜ਼ ਵਿੱਚ ਰਹੀ ਸੀਗੀ। ਤਾਂ ਤੁਹਾਨੂੰ ਇਹ ਪਿੰਡ ਜ਼ਰੂਰ ਪਤਾ ਹੋਣਾ ਚਾਹੀਦਾ ਕਿੱਥੇ ਹੈ, ਯੂਪੀ ਵਿੱਚ ਹੈ। ਤੇ ਉਸ ਤੋਂ ਬਾਅਦ ਆ ਜਾਓ ਚੁਣੌਤੀ, ਠੀਕ ਹੈ। ਇਹ ਕੀ ਚੀਜ਼ ਹੈ, ਠੀਕ ਹੈ ਯਾਰ, ਦੇਖੋ ਜਿਹੜਾ ਇੱਕ ਸਟਾਰਟਅਪ ਚੈਲੰਜ ਕੋਂਟੈਸਟ ਅਗਸਤ 2020 ਵਿੱਚ ਮਤਲਬ ਬੂਸਟ ਕਰਨ ਲਈ ਸਟਾਰਟਅਪ ਤੇ ਸੌਫਟਵੇਅਰਸ ਨੂੰ ਵਿਦ ਸਪੈਸ਼ਲ ਫੋਕਸ ਟਾਇਰ 2 ਟਾਊਨਸ ਆਫ ਇੰਡੀਆ, ਠੀਕ ਹੈ। ਮਤਲਬ ਇੱਕ ਤਰ੍ਹਾਂ ਦਾ ਸਟਾਰਟਅਪ ਸੀਗਾ, ਠੀਕ ਹੈ, ਮਤਲਬ ਇੱਕ ਚੈਲੰਜ ਸੀਗਾ ਜਿਸ ਵਿੱਚ ਕਿ ਸਟਾਰਟਅਪਸ ਤੇ ਸੌਫਟਵੇਅਰ ਪ੍ਰੋਡਕਟਸ ਨੂੰ ਬੂਸਟ ਕਰਨ ਲਈ ਕਿਹਾ ਗਿਆ ਸੀਗਾ, ਤਾਂ ਕਿ ਮਤਲਬ ਮੇਨ ਫੋਕਸ ਇਹਦਾ ਕੀ ਸੀਗਾ, ਜਿਹੜਾ ਕਿ ਮਤਲਬ ਸਮਾਰਟ ਟਾਊਨਸ ਨੇ, ਠੀਕ ਹੈ, ਉਹਨਾਂ ਦੇ ਉੱਪਰ ਸਪੈਸ਼ਲ ਫੋਕਸ ਸੀਗਾ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। 10 ਹਫ਼ਤੇ 10 ਵਜੇ 10 ਮਿੰਟ ਜਿਹੜਾ ਇਹ ਕੰਪੇਨ ਦਿੱਲੀ ਗਵਰਨਮੈਂਟ ਨੇ ਲਾਂਚ ਕੀਤਾ ਸੀਗਾ। ਕਿਸ ਲਈ ਲਾਂਚ ਕੀਤਾ ਸੀਗਾ, ਡੇਂਗੂ ਤੇ ਅਦਰ ਜਿਹੜੀ ਬਿਮਾਰੀਆਂ ਨੇ, ਠੀਕ ਹੈ, ਅਦਰ ਵੈਕਟਰਸ ਨੇ ਇਸ ਦੇ ਰਿਲੇਟਡ, ਠੀਕ ਹੈ, ਇਹਨੂੰ ਫੈਲਾਉਣ ਵਿੱਚ ਇਹਨੂੰ ਉਹ ਮਦਦ ਕਰਦੇ ਨੇ ਡੇਂਗੂ ਨੂੰ, ਠੀਕ ਹੈ। ਤਾਂ ਮਤਲਬ ਜਿੱਥੇ ਜਿੱਥੇ ਪਾਣੀ ਮਤਲਬ ਖੜਾ ਹੁੰਦਾ ਉੱਥੇ ਇਹ ਡੇਂਗੂ ਫੈਲਦਾ ਹੈ, ਠੀਕ ਹੈ। ਤਾਂ ਉਹਨਾਂ ਨੇ ਕਿਹਾ ਸੀਗਾ ਦਿੱਲੀ ਗਵਰਨਮੈਂਟ ਨੇ ਵੀ ਤੁਸੀਂ ਆਪਣਾ 10 ਹਫ਼ਤੇ ਵਿੱਚ, ਠੀਕ ਹੈ, 10 ਹਫ਼ਤੇ 10 ਵਜੇ 10 ਮਿੰਟ ਟਾਈਮ ਦਿਓ, ਠੀਕ ਹੈ, ਤਾਂ ਕਿ ਮਤਲਬ ਆਪਣੇ ਆਪਣੇ ਘਰ ਜਾ ਕੇ ਚੈੱਕ ਕਰ ਲਓ, 10 ਮਿੰਟ ਲਾਓ ਕਿ ਕਿਤੇ ਖੜਾ ਹੋਇਆ ਪਾਣੀ ਨਾ ਹੋਵੇ, ਠੀਕ ਹੈ। ਨੈਕਸਟ ਹੈ ਫਾਰਮ ਬਿਲਸ। ਦੇਖੋ ਫਾਰਮ ਬਿਲਸ ਵਿੱਚ ਜਿਹੜਾ ਪਹਿਲਾ ਬਿੱਲ ਸੀਗਾ, ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਐਕਸਪਲੇਨ ਕਰਤਾ ਸੀਗਾ। ਜਿਹੜਾ ਪਹਿਲਾ ਬਿੱਲ ਸੀਗਾ, ਠੀਕ ਹੈ, ਉਹ ਫ੍ਰੀ ਟ੍ਰੇਡ ਫਾਰਮਰ ਕਿਤੇ ਵੀ ਕਰ ਸਕਦਾ, ਠੀਕ ਹੈ। ਦੂਜਾ ਜਿਹੜਾ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਵਾਲਾ ਬਿੱਲ ਸੀਗਾ, ਠੀਕ ਹੈ, ਉਹ ਇੰਪਾਵਰਮੈਂਟ ਤੇ ਪ੍ਰੋਟੈਕਸ਼ਨ ਦੀ ਗੱਲ ਕਰਦਾ ਸੀਗਾ, ਠੀਕ ਹੈ। ਜਿਹੜਾ ਤੀਜਾ ਸੀਗਾ, ਠੀਕ ਹੈ, ਉਹ ਐਸੈਂਸ਼ੀਅਲ ਕਮੋਡਿਟੀਜ਼ ਐਕਟ ਵੀ ਸੀਗਾ, ਤੇ ਨਾਲੇ ਇਹ ਸਭ ਤੋਂ ਪਹਿਲਾਂ ਪਾਸ ਵੀ ਕਰ ਦਿੱਤਾ ਗਿਆ ਸੀਗਾ, ਠੀਕ ਹੈ। ਐਸੈਂਸ਼ੀਅਲ ਕਮੋਡਿਟੀਜ਼ ਐਕਟ ਸਭ ਤੋਂ ਪਹਿਲਾਂ ਪਾਸ ਹੋਇਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਕਿੰਨੇ FPO ਬਣ ਗਏ, ਫਾਰਮਰਸ ਪ੍ਰੋਡਿਊਸ ਆਰਗੇਨਾਈਜੇਸ਼ਨਸ, ਇਹ 10,000 ਦੇ ਕਰੀਬ ਬਣ ਚੁੱਕੀਆਂ ਨੇ। ਇਹ ਕੀ ਕਰਦੀਆਂ ਨੇ, ਜਿਹੜੀਆਂ ਛੋਟੇ ਛੋਟੇ ਫਾਰਮਰ ਨੇ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਲਈ ਇੱਕ ਮਤਲਬ ਰਿਮਿਊਨਰੇਟਿਵ ਪ੍ਰਾਈਸਿੰਗ ਸਕੀਮ ਲੈ ਕੇ ਆਉਂਦੀਆਂ ਨੇ, ਠੀਕ ਹੈ। ਤੇ ਕਿੰਨੇ ਦਿਨਾਂ ਵਿੱਚ ਉਹਨਾਂ ਨੂੰ ਪੇਮੈਂਟ ਹੋਊਗੀ, 3 ਦਿਨ ਵਿੱਚ, ਠੀਕ ਹੈ। ਨੇਮ ਦਾ ਓਲਡ ਮੈਕੈਨਿਜ਼ਮ ਵਿਚ ਵਿਲ ਕੰਟੀਨਿਊ, MSP ਕੰਟੀਨਿਊ, APMC ਈਨੈਮ, ਠੀਕ ਹੈ। ਇੱਕ ਵਾਰ ਦੇਖ ਲਓ। ਤੇ ਕਿਸ ਨੇ ਰੈਜ਼ਿਗਨੇਸ਼ਨ ਦਿੱਤਾ ਸੀਗਾ, ਅਕਾਲੀ ਦਲ ਦੀ ਪਾਰਟੀ ਵਿੱਚੋਂ ਸਿਮਰਤ ਕੌਰ ਬਾਦਲ ਨੇ, ਜਿਹੜੀ ਕਿ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ ਦੇਖਦੀ ਸੀਗੀ, ਠੀਕ ਹੈ। ਲੇਬਰ ਬਿੱਲ, ਹੁਣ ਤੁਹਾਨੂੰ ਪਤਾ ਹੈ 3 ਲੇਬਰ ਬਿੱਲ ਪਾਸ ਹੋ ਗਏ ਰਾਜ ਸਭਾ ਤੋਂ, ਠੀਕ ਹੈ। ਤਾਂ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇੰਡਸਟਰੀਅਲ ਰਿਲੇਸ਼ਨ ਕੋਡ 2020, ਠੀਕ ਹੈ। ਆਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕ ਕੰਡੀਸ਼ਨ ਕੋਡ 2020 ਤੇ ਸੋਸ਼ਲ ਸਿਕਿਉਰਿਟੀ ਕੋਡ, ਠੀਕ ਹੈ। ਜਿਹੜਾ ਇੰਡਸਟਰੀਅਲ ਰਿਲੇਸ਼ਨ ਕੋਡ 2020 ਹੈ, ਉਹ ਕੀ ਗੱਲ ਕਰਦਾ ਹੈ, ਉਹ ਗੱਲ ਕਰਦਾ ਵੀ ਜਿਹੜਾ 300 ਵਰਕਰਸ ਵਾਲੀ ਜਿਹੜੀ ਕੰਪਨੀ ਹੈ, ਠੀਕ ਹੈ, ਉਹ ਆਪਣੇ EMPLOYEES ਦਾ ਜਿਹੜਾ ਟਰਮੀਨੇਸ਼ਨ ਹੈ, ਜਿਹੜਾ ਉਹਨਾਂ ਦਾ ਸਰਵਿਸ ਕੰਡੀਸ਼ਨ ਹੈ, ਉਹ ਵਿਦਆਊਟ ਪ੍ਰਾਇਰ ਅਪਰੂਵਲ ਤੋਂ ਵੀ ਮਤਲਬ ਕਰ ਸਕਦੀ ਹੈ, ਠੀਕ ਹੈ, ਆਪਣਾ ਬਣਾ ਸਕਦੀ ਹੈ। ਪਹਿਲਾਂ ਅਰਲੀਅਰ ਲਿਮਿਟ 100 ਵਰਕਰ ਸੀਗਾ। ਆਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ 2020 ਕਿਹਦੇ ਅੰਡਰ ਬਣਾਇਆ ਗਿਆ, ਬੋਰਡ ਐਂਡ ਕੋਡ ਦੇ ਅੰਡਰ ਬਣਾਇਆ ਗਿਆ। ਇਹ ਮਾਈਗ੍ਰੈਂਟ ਵਰਕਰਸ ਨੂੰ ਡਿਫਾਈਨ ਕਰਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਗਰ ਇੱਕ ਬੰਦਾ ਦੂਜੀ ਸਟੇਟ ਵਿੱਚ ਕੁਝ ਇੰਪਲੋਇਮੈਂਟ ਲਈ ਜਾਂਦਾ ਹੈ ਤਾਂ ਮਾਈਗ੍ਰੈਂਟ ਵਰਕਰ ਕਿਹਨੂੰ ਕਿਹਾ ਜਾਊਗਾ, ਜਿਹੜਾ 18,000 ਪਰ ਮੰਥ ਤੋਂ ਘੱਟ ਕਮਾ ਰਿਹਾ ਹੈ, ਠੀਕ ਹੈ। ਤੇ ਸੋਸ਼ਲ ਸਿਕਿਉਰਿਟੀ ਕੋਡ ਜਿਹਨੇ ਐਕਸਟੈਂਡ ਕਰਤਾ ਆਪਣਾ ਮਤਲਬ ਸਕੋਪ, ਇੰਪਲੋਏ ਦੀ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਨੂੰ 740 ਡਿਸਟ੍ਰਿਕਟ ਵਿੱਚ ਤੇ ਇੰਪਲੋਏ ਪ੍ਰੋਵੀਡੈਂਟ ਫੰਡ ਨੂੰ ਮਤਲਬ ਸਾਰੇ ਇੰਸਟੀਟਿਊਸ਼ਨਸ ਵਿੱਚ ਜਿਸ 'ਚ 20 ਤੋਂ ਜ਼ਿਆਦਾ ਵਰਕਰਸ ਹੋਣ ਤੇ ਸੈਲਫ ਇੰਪਲੋਇਡ ਲਈ ਵੀ, ਠੀਕ ਹੈ। ਤਾਂ ਇਹ ਇੱਕ ਮੋਟੀ ਮੋਟੀ ਚੀਜ਼ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਵਿੱਚੋਂ ਕੁਛ ਚੀਜ਼ਾਂ ਨੇ ਜਿਹੜੀਆਂ ਮਤਲਬ ਦਿਮਾਗ ਵਿੱਚ ਕਲਿੱਕ ਹੋ ਜਾਂਦੀਆਂ ਨੇ, ਤੇ ਐਗਜ਼ਾਮ ਵਿੱਚ ਅਗਰ ਕੁਛ ਆਉਂਦਾ ਤਾਂ ਤੁਸੀਂ ਉਹਨੂੰ ਰਿਲੇਟ ਕਰਕੇ ਵੀ ਆਨਸਰ ਕਰ ਸਕਦੇ ਹੋ, ਠੀਕ ਹੈ। ਨੈਕਸਟ ਚੀਜ਼ ਕੀ ਹੈ, ਅਸਿਸਟਿਡ ਰੀਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਬਿੱਲ 2020, ਠੀਕ ਹੈ। ਕਿਹਦੇ ਬਾਰੇ ਗੱਲ ਕਰਦਾ ਹੈ, ਫਰਟੀਲਾਈਟੀ ਕਲੀਨਿਕਸ ਬਾਰੇ ਗੱਲ ਕਰਦਾ ਹੈ, ਠੀਕ ਹੈ। ਤੇ ਉਹਨਾਂ ਨੂੰ ਗੱਲ ਕਰਦਾ ਕਿ ਜਿਹੜੇ ਕਲੀਨਿਕਸ ਨੇ ਇਹਨਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ ਤੇ ਪੀਰੀਓਡਿਕਲੀ ਰਿਪੋਰਟ ਆਪਣੇ ਪ੍ਰੋਸੀਜਰਸ ਬਾਰੇ ਸਬਮਿਟ ਕਰਨੀ ਹੈ। ਮੇਨ ਏਮ ਕੀ ਹੈ ਕਿ ਇਹ ਜਿਹੜੇ ਕਲੀਨਿਕਸ ਨੇ ਇਹਨਾਂ ਦਾ ਮਤਲਬ ਇਹਨਾਂ ਦੀ ਇੰਪਰੂਵਮੈਂਟ ਕੀਤੀ ਜਾਵੇ, ਠੀਕ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਰਿਪੋਰਟ ਵਿੱਚ ਦੇਖੋ ਸਭ ਤੋਂ ਜ਼ਿਆਦਾ ਜਿਹੜੀਆਂ ਸੁਸਾਈਡਾਂ ਹੋਈਆਂ ਛੱਤੀਸਗੜ੍ਹ 'ਚ ਹੋਈਆਂ ਨੇ, ਠੀਕ ਹੈ। ਤੇ ਮਹਾਰਾਸ਼ਟਰਾ 'ਚ ਸਭ ਤੋਂ ਜ਼ਿਆਦਾ ਫਾਰਮਰਸ ਨੇ ਸੁਸਾਈਡ ਕੀਤਾ, ਤੇ ਸਟੇਟ ਜਿੱਥੇ ਫਾਰਮਰ ਸੁਸਾਈਡ ਰੇਟ ਇੰਕਰੀਜ਼ ਕੀਤੀ ਉਹ ਬਿਹਾਰ ਹੈ,
ठीक है। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਿਹੜੀ 2014 ਵਿੱਚ ਸ਼ੁਰੂ ਹੋਈ ਸੀਗੀ, ਠੀਕ ਹੈ। 40 ਕਰੋੜ ਬੈਨੀਫਿਸ਼ਰੀ ਹਾਲ ਤੱਕ ਇਸ ਨੂੰ ਇੰਸੈਪਟ ਕਰ ਚੁੱਕੇ ਨੇ, ਠੀਕ ਹੈ। ਉਸ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਇੱਕ ਵੀਕ ਵਿੱਚ ਇੰਨੇ ਅਕਾਊਂਟ ਖੋਲ੍ਹ ਦਿੱਤੇ ਗਏ ਸੀਗੇ, ठीक है। उस तो बाद पेटीएम कंट्रोवर्सी, ये इंपॉर्टेंट है, ये तुसी ध्यान नाल सुनियो। देखो जिहड़ा गूगल सीगा, गूगल ने अपने प्ले स्टोर विचों पेटीएम ऐप नूं उसनूं बैन करता सीगा कुछ टाइम लई, क्योंकि इसने की कीता सीगा, इसने अगेंस्ट सिमुलेटेड गैंबलिंग कॉन्टेस्ट कंटेंट प्रोवाइड किया सीगा, ठीक है। तां इह मतलब अनरैगूलेटेड गैंबलिंग रिलेटेड काम किया सीगा इसने। तो पेटीएम ऐप का फाउंडर कौन है? विजय शंकर शर्मा है, ठीक है। तो उन्हें एग्री भी किया सीगा रिमूव करने लई पेटीएम क्रिकेट लीग, ठीक है। उसनूं रिमूव करना पिया सीगा, ठीक है। तो वही सारी सर्विस सस्पेंड भी कर दी गई सी कुछ टाइम लई 17 सितंबर 2020 विच, ठीक है। तो क्वेश्चन की बन सकता कि किहड़ी ऐप नूं गूगल स्टोर ने बैन करता सीगा, तो पेटीएम ऐप नूं बैन किया गया सीगा, ठीक है। किस लिए बैन किया गया सीगा? सिमुलेटेड गैंबलिंग कंटेंट अगेंस्ट काम किया सीगा उन्होंने, ठीक है। तो उहदे अगेंस्ट विच उन्होंने बैन किया गया सीगा। स्टेट ऑफ यंग चाइल्ड इन इंडिया, ठीक है। ये किहड़ी ये रिपोर्ट किसने मतलब बनाई सीगी? हू रिलीज द रिपोर्ट? वाइस प्रेजिडेंट वेंकैया नायडू, ठीक है। बस सिर्फ यही तुसीं याद रख सकते हो, इस विच होर तां कोई चीज़ नहीं पूछी जाएगी। बेसिकली की चीज़ सीगी इस विच सीगा यंग चाइल्ड बारे दस्सिया गया सीगा भी जिहड़े यंग चाइल्ड ने ਉਹ मतलब ਉਹਨਾਂ ਵਿੱਚ ਜ਼ਿਆਦਾਤਰ ਮਾਲ ਨਿਊਟ੍ਰੀਸ਼ਨ ਤੇ ਜਿਹੜੀਆਂ ਹੋਰ ਪ੍ਰੋਬਲਮ ਆ ਰਹੀਆਂ ਨੇ, ਅੰਡਰਵੇਟ, ਠੀਕ ਹੈ, ਉਸ ਦੇ ਬਾਰੇ ਇਹ ਰਿਪੋਰਟ ਸੀਗੀ। ਉਸ ਤੋਂ ਬਾਅਦ ਆ ਜੋ ਬਲੂ ਫਲੈਗ ਫॉर ਇੰਡੀਅਨ ਬੀਚਿਸ, ਹੁਣ ਇੰਡੀਅਨ ਬੀਚਿਸ ਨੇ ਜਿਹੜੀਆਂ ਉਸ ਵਿੱਚ मतलब ब्लू फ्लैग सर्टिफिकेशन देना स्टार्ट कर दिता गया है, ठीक है। मतलब बेसिकली क्लीननैस के उपर ही है, ठीक है, इको लेवल के उपर है, ठीक है। तो 8 मतलब जिहड़ी बीचिस ने उन्होंने ब्लू फ्लैग सर्टिफिकेशन मिले है, ठीक है। नाम याद रखने इन्ने इंपोर्टेंट नहीं है। इंदिरा 2020 किहदे विच हुंदी है? ये सीधे सीधे क्वेश्चन ने, इन्हां विचों सीधे क्वेश्चन आ भी सकते हैं। इंडिया ते रशिया विच हुंदी है, ठीक है। एक नेवी एक्सरसाइज है, दो चीज़ां याद रखियो। तो कित्थे हैल्ड हुई है? अंडमान सी क्लोज जिहड़ा हैगा स्ट्रेट ऑफ मलाक्का। देखो मलाक्का स्टेट है ना जिहड़ा कनैक्ट करता है इंडियन ओशन ते साउथ चाइना सी नूं, ठीक है। ਤੁਹਾਨੂੰ पता है नैशनल एजुकेशन पॉलिसी 2020 जिहड़ी सबमिट की गई सीगी, ਜਿਹੜਾ ਪੈਨਲ ਸੀਗਾ ਫੋਰਮਰ ਇਸਰੋ ਚੀਫ ਕੇ ਕਸਤੂਰਿੰਗਨ ਨੇ ਹੈਡ ਕੀਤਾ ਸੀਗਾ ਇਹਨੂੰ। ਤੇ ਜਿਹੜਾ ਇੰਡੀਆ ਹੈ ਜਿਹੜਾ ਪਹਿਲਾਂ GDP ਦਾ 4.6% ਖਰਚ ਕਰਦਾ ਸੀਗਾ, ਉਹ 6% ਹੁਣ 6% ਕਰ ਦਿੱਤਾ ਗਿਆ, ਠੀਕ ਹੈ। ਤੇ ਇਹ ਜਿਹੜਾ ਨਿਊ ਕਰਿਕੂਲਰ ਜਿਹੜਾ ਸੀਗਾ +2 ਲਈ, ਠੀਕ ਹੈ, ਉਹ ਕਿਹੜਾ ਕਰਿਕੂਲਰ ਉਹਨਾਂ ਨੇ ਅਡੋਪਟ ਕੀਤਾ ਹੁਣ ਨਵਾਂ 5+3+3+4, ठीक है। इसका मतलब मैं थोड़ा समझा देना यार। 5 का मतलब है देखो प्री प्राइमरी, ठीक है। प्री प्राइमरी जिमें पहला स्टार्टिंग 3 साल प्री प्राइमरी रहूगा, फिर 2 साल ग्रेड 1 तो ग्रेड 2 रहूगा, ठीक है। उस तो बाद फिर आंदा लेटर प्राइमरी, ठीक है। जिहड़ा 5 तो पहला 5 तो हो गया प्री प्राइमरी, फिर उस तो बाद 3 है जिहड़ा ये हो गया लेटर प्राइमरी, ठीक है। इस विच किहड़ी प्रिपरेटरी स्टेजिज आ गई 3 4 ग्रेड 3 4 5, ठीक है। उस तो बाद अपर प्राइमरी आ गया, उस विच जिहड़े 3 ईयर्स ने उस विच ग्रेड 6 7 8 इहनूं कहंदे ने मिडल स्टेज। फिर सैकेंड स्टेज जिहड़ा लास्ट वाला है, ठीक है, उस विच हाईयर लैवल्स आते हैं 4 ने जिहड़े, ठीक है। उस विच 9वीं 10वीं 11वीं ते 12वीं, इस तरह करके इन्होंने एक मतलब नवा करिकुलर बनाया है, ठीक है, एजुकेशन नूं इंप्रूव करने लई। तो करंट जिहड़ा +2 सिस्टम भी रिप्लेस करता इन्होंने 5+3+3+4 करकुलर स्ट्रक्चर। तो उन्होंने एज भी इन्होंने इदा डिफाइन की है। तो मिनीमम डिग्री जी क्वालिफिकेशन है टीचर्स की वो कि होनी चाहिए है 4 ईयर्स इंटीग्रेटेड B.Ed होनी चाहिए है, ठीक है। तो यदा जोड़ा मतलब टोटल सिलेबस है करिकुलरम है, ठीक है, वो 2021 फॉर्मूलेट किया जाऊगा, ठीक है। तो इन्हों का टारगेट है कि 2035 तक 50% ग्रोस इनरोलमेंट करना है, ठीक है। तो इंस्टीट्यूशन नूं इस तरह बनाना है जिहड़े कि मतलब IIT IIMs दे मतलब लैवल दे होण ते मल्टी डिसिपलिनरी एजुकेशन एंड रिसर्च यूनिवर्सिटीज़ के नाम तो इन्हों जानिया जाऊगा, ठीक है।
ਤੇ ਨੈਸ਼ਨਲ ਅਸੈਸਮੈਂਟ ਸੈਂਟਰ ਜਿਹੜਾ ਅਸੈਸ ਕਰੂਗਾ ਸਟੂਡੈਂਟਸ ਨੂੰ, ਉਹਦਾ ਨੇਮ ਕੀ ਹੋਊਗਾ, ਪਰਖ। ਠੀਕ ਹੈ। ਤੇ ਜਿਹੜਾ ਪੰਜਵੀਂ ਕਲਾਸ ਤੱਕ ਹੈ ਉਹ ਆਪਣੀ ਮਦਰ ਟੰਗ ਵਿੱਚ ਪੜ੍ਹਨਗੇ, ਲੇਕਿਨ ਇੱਕ 3 ਲੈਂਗੁਏਜ ਫਾਰਮੂਲਾ ਅਡੋਪਟ ਕੀਤਾ ਗਿਆ ਹੈ। ਮਤਲਬ ਮਦਰ ਟੰਗ ਤਾਂ ਰਹੂਗੀ, ਲੇਕਿਨ ਉਸ ਦੇ ਨਾਲ ਆਪਸ਼ਨ ਰਹੂਗਾ ਹਿੰਦੀ ਤੇ ਇੰਗਲਿਸ਼, ਜਿਹਨੇ ਲੈਣਾ ਉਹ ਲੈ ਸਕਦਾ ਹੈ। ਠੀਕ ਹੈ। ਨੈਸ਼ਨਲ ਇੰਸਟੀਚਿਊਟ ਫॉर ਲੈਂਗੁਏਜ ਸੈਟਅਪ ਜਿਹੜੀਆਂ ਹੋਈਆਂ ਨੇ ਉਹ ਪਰਸ਼ੀਅਨ, ਪਾਲੀ ਤੇ ਸੰਸਕ੍ਰਿਤ ਉੱਪਰ ਵੀ ਕੀਤਾ ਗਈਆਂ ਨੇ। ਠੀਕ ਹੈ। ਤੇ ਨਿਊ ਨੇਮ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, ਇਹ ਚੀਜ਼ ਪੁੱਛੀ ਜਾ ਸਕਦੀ ਹੈ ਵੀ HRD ਦਾ ਹੁਣ ਨਵਾਂ ਨਾਮ ਕੀ ਹੋ ਗਿਆ, ਮਿਨਿਸਟਰੀ ਆਫ ਐਜੂਕੇਸ਼ਨ। ਠੀਕ ਹੈ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਹੁਣ ਕਿਹੜਾ ਮਿਨਿਸਟਰ ਹੈ, ਰਮੇਸ਼ ਪੋਖਰਿਆਲ। ਅਗਲਾ ਹੋ ਗਿਆ ਜੀ ਸਵੱਛ ਭਾਰਤ ਸਰਵੇਖਣ 2020। ਠੀਕ ਹੈ। ਇਹ ਕਦੋਂ ਇੰਟਰੋਡਿਊਸ ਕੀਤਾ ਗਿਆ ਸੀਗਾ, ਜਨਵਰੀ 2016। ਇੰਦੌਰ ਕਾਫੀ ਟਾਈਮ ਤੋਂ ਨੰਬਰ 1 ਦੀ ਪੋਜੀਸ਼ਨ ਉੱਤੇ ਬਰਕਰਾਰ ਹੈ। ਇਸ ਵਿੱਚ ਦੇਖੋ ਕੁਐਸਚਨ ਕੀ ਇੰਪੋਰਟੈਂਟ ਬਣ ਸਕਦਾ ਕਿ ਜਿਹੜਾ ਕਲੀਨੈਸ ਕੰਟੋਨਮੈਂਟ ਅਵਾਰਡ ਹੈ ਉਹ ਜਲੰਧਰ ਨੂੰ ਮਿਲਿਆ। ਠੀਕ ਹੈ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਤੇ ਕਲੀਨੈਸ ਟਾਊਨ ਹੈ ਜਿਹੜਾ ਉਹ ਵਾਰਾਣਸੀ ਨੂੰ ਮਿਲਿਆ। ਠੀਕ ਹੈ। ਦੋ ਤਿੰਨ ਚੀਜ਼ਾਂ ਤੁਸੀਂ ਯਾਦ ਰੱਖ ਸਕਦੇ ਹੋ। ਚੰਡੀਗੜ੍ਹ ਦਾ ਰੈਂਕ ਹੈ ਜਿਹੜਾ ਸਵੱਛ ਭਾਰਤ ਸਰਵੇਖਣ ਵਿੱਚ ਉਹ 8ਵਾਂ ਹੈ। ਠੀਕ ਹੈ। ਚਲੋ, ਨੈਸ਼ਨਲ ਹੈਂਡਲੂਮ ਡੇ ਕਦੋਂ ਬਣਾਇਆ ਜਾਂਦਾ, 7 ਅਗਸਤ ਨੂੰ ਬਣਾਇਆ ਜਾਂਦਾ ਹੈ। ਠੀਕ ਹੈ। ਇਹ ਕਿਹਦੀ ਯਾਦ ਵਿੱਚ ਬਣਾਇਆ ਜਾਂਦਾ, ਸਵਦੇਸ਼ੀ ਮੂਵਮੈਂਟ ਜਿਹੜੀ ਹੋਈ ਸੀਗੀ 1905 ਵਿੱਚ, ਉਹਦੀ ਯਾਦ ਵਿੱਚ ਇਹ ਬਣਾਇਆ ਜਾਂਦਾ ਹੈ। ਠੀਕ ਹੈ। ਅਰੁਣੋਦਏ ਸਕੀਮ ਕੀ ਹੈ, ਅਸਾਮ ਦੀ ਸਕੀਮ ਹੈ। ਠੀਕ ਹੈ। ਇਹ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਦਿੰਦੀ ਹੈ ਜਿਹੜੀ ਡਾਈਵੋਰਸ ਵੂਮੈਨ ਨੇ, ਵਿਡੋਜ਼ ਨੇ ਜਾਂ ਸੈਪਰੇਟਿਡ ਵੂਮੈਨਸ ਨੇ, ਤਾਂ ਕਿ ਉਹ ਆਪਣਾ ਮਤਲਬ ਇੱਕ ਮਤਲਬ ਨਿਊਟ੍ਰੀਸ਼ਨ, ਮੈਡੀਕਲ ਤੇ ਅਕੈਡਮਿਕ 'ਚ ਜਿਹੜੀ ਵੀ ਉਹਨਾਂ ਨੂੰ ਜਿੱਥੇ ਵੀ ਲੋੜ ਆ ਉਸ ਦੇ ਰਿਲੇਟਿਡ ਮਤਲਬ ਹੈਲਪ ਕਰਨ ਲਈ ਇਹ ਅਸਾਮ ਦੀ ਇੱਕ ਸਕੀਮ ਹੈ, ਅਰੁਣੋਦਏ ਸਕੀਮ। ਅਨੰਨਿਆ ਕੀ ਹੈ, ਅਨੰਨਿਆ ਯਾਰ ਬੇਸਿਕਲੀ ਇੱਕ ਡਿਸਇਨਫੈਕਟੈਂਟ ਸਪਰੇਅ ਹੈ। ਠੀਕ ਹੈ। ਜਿਹੜਾ ਫਾਈਟ ਕਰਦਾ ਹੈ ਅਗੇਂਸਟ COVID-19। ਠੀਕ ਹੈ। ਡਿਵੈਲਪ ਕੀਤਾ ਗਿਆ ਡਿਫੈਂਸ ਇੰਸਟੀਚਿਊਟ ਆਫ ਐਡਵਾਂਸ ਟੈਕਨੋਲੋਜੀ ਦੁਆਰਾ, ਤੇ 24 ਘੰਟੇ ਤੱਕ ਇਫੈਕਟਿਵ ਰਹਿੰਦਾ ਹੈ। ਠੀਕ ਹੈ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਨੈਸ਼ਨਲ ਡਿਜੀਟਲ ਹੈਲਥ ਸਕੀਮ। ਠੀਕ ਹੈ। ਇਹ 74th ਇੰਡੀਪੈਂਡੈਂਸ ਡੇ ਤੇ ਇਸ ਨੂੰ ਸ਼ੁਰੂ ਕੀਤਾ ਗਿਆ ਸੀਗਾ। ਠੀਕ ਹੈ। ਬੇਸਿਕਲੀ ਹੈਲਥ ਆਈਡੀਆਂ ਜਿਹੜੀਆਂ ਹਰ ਇੱਕ ਬੰਦੇ ਦਾ ਮਤਲਬ ਹੈਲਥ ਦਾ ਰਿਕਾਰਡ ਰੱਖਣਾ। ਠੀਕ ਹੈ। ਇਹਦੇ ਵਿੱਚ DG ਡਾਕਟਰ ਵੀ ਹੈ। DG ਡਾਕਟਰ ਕੀ ਕਰਦਾ, ਮਤਲਬ ਡਿਟੇਲਸ ਰਹਿੰਦੀ ਹੈ ਜਿਹੜੇ ਡਾਕਟਰਸ ਨੇ, ਤੇ ਉਹਨਾਂ ਨੂੰ ਇੱਕ ਸਾਈਨ ਵੀ ਮਿਲਦਾ ਹੈ। ਤਾਂ ਮਤਲਬ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਤਰ੍ਹਾਂ ਦੀ ਰਿਪੋਜ਼ਿਟਰੀ ਹੈ, ਮਤਲਬ ਜਿੱਥੇ ਕਿ ਸਾਰੀ ਇਨਫੋਰਮੇਸ਼ਨ ਰੱਖੀ ਜਾਂਦੀ ਹੈ। ਠੀਕ ਹੈ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਹੈ। ਉਸ ਤੋਂ ਬਾਅਦ ਪੰਜਾਬ ਹੂਚ ਟ੍ਰੈਜਡੀ, ਤਾਂ ਤੁਹਾਨੂੰ ਪਤਾ ਹੋਣਾ ਵੀ ਕਾਫੀ ਬੰਦੇ ਜਿਹੜੀ ਜ਼ਹਿਰੀਲੀ ਸ਼ਰਾਬ ਸੀਗੀ ਉਹ ਪੀ ਕੇ ਮਰ ਗਏ ਸੀਗੇ। ਠੀਕ ਹੈ। ਤਾਂ ਉੱਥੇ ਮਤਲਬ ਕਾਫੀ ਮਤਲਬ ਪੰਜਾਬ ਵਿੱਚ ਹੋਈ ਸੀਗੀ, ਤਾਂ ਗੱਲ ਪਤਾ ਹੋਣੀ ਚਾਹੀਦੀ ਹੈ। ਆਤਮ ਨਿਰਭਰ ਭਾਰਤ ਸਪਤਾਹ। ਠੀਕ ਹੈ। ਆਤਮ ਨਿਰਭਰ ਭਾਰਤ ਸਪਤਾਹ ਕਿਸ ਦੇ ਉੱਪਰ ਸੀਗਾ, ਵੀ ਮੇਕ ਇਨ ਇੰਡੀਆ ਦੇ ਉੱਪਰ ਫੋਕਸ ਦੇਣਾ, ਲੋਕਲ ਮੈਨੂਫੈਕਚਰਿੰਗ ਤੇ ਫੋਕਸ ਕਰਨਾ ਹੈ। ਠੀਕ ਹੈ। ਤੇ ਇਸ ਨੂੰ ਲਾਂਚ ਕੀਤਾ ਗਿਆ ਸੀਗਾ ਡਿਫੈਂਸ ਮਿਨਿਸਟਰ ਦੁਆਰਾ। ਠੀਕ ਹੈ। ਤੇ ਉਹਨਾਂ ਨੇ ਕਾਫੀ ਡਿਫੈਂਸ ਦੇ ਆਈਟਮ ਵੀ ਇੰਪੋਰਟ ਮਤਲਬ ਉਸ ਨੂੰ ਬਲ ਦਿੱਤਾ ਸੀਗਾ ਕਿ ਉਸ ਨੂੰ ਆਪਾਂ ਖੁਦ ਬਣਾਈਏ। ਰਾਮ ਟੈਂਪਲ ਜਿਹੜਾ ਨੇਮ ਆਫ ਅਯੋਧਿਆ ਇਨ ਸੰਸਕ੍ਰਿਤ ਹੈ, ਉਹਦਾ ਕੀ ਮਤਲਬ ਹੈ, ਉਹਦਾ ਮਤਲਬ ਹੈ ਅਨਕਨਕਿਊਰੇਬਲ। ਠੀਕ ਹੈ। ਇਹਨੂੰ ਪੁਰਾਣਿਕ 'ਚ ਸਕੇਤ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਠੀਕ ਹੈ। ਤੇ ਇਹਦਾ ਇਨੋਗ੍ਰੇਸ਼ਨ ਵੀ ਰਿਚੁਅਲ ਪਰਫੋਰਮ ਕੀਤੇ ਗਏ ਸੀ PM ਦੁਆਰਾ 5 ਅਗਸਤ 2020 ਨੂੰ। ਉਹ ਤੋਂ ਬਾਅਦ ਆ ਜਾਂਦਾ ਵਿਦਿਆਰਥੀ ਵਿਗਿਆਨ ਮੰਥਨ। ਠੀਕ ਹੈ। ਇਸ ਵਿੱਚ ਕੀ ਹੈ ਕਿ ਜਿਹੜੇ ਕਲਾਸ 6 ਤੋਂ ਕਲਾਸ 11 ਦੇ ਬੱਚੇ ਨੇ, ਠੀਕ ਹੈ, ਉਹਨਾਂ ਦੇ ਵਿੱਚ ਮਤਲਬ ਸਾਇੰਟੀਫਿਕ ਐਪਟੀਟਿਊਡ ਨੂੰ ਵਧਾਉਣ ਲਈ ਮਤਲਬ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ। ਠੀਕ ਹੈ। ਇਹ ਕਿਸ ਨੇ ਲਾਂਚ ਕੀਤਾ ਸੀਗਾ, ਡਾਕਟਰ ਹਰਸ਼ਵਰਧਨ ਨੇ, ਯੂਨੀਅਨ ਹੈਲਥ ਐਂਡ ਫੈਮਿਲੀ ਮਿਨਿਸਟਰ ਨੇ। ਮੁਸਲਿਮ ਵੂਮੈਨਸ ਰਾਈਟ ਡੇ। ਠੀਕ ਹੈ। 1 ਅਗਸਤ ਨੂੰ ਬਣਾਇਆ ਜਾਂਦਾ ਹੈ। ਠੀਕ ਹੈ। ਇਹ ਕਦੋਂ ਡਿਕਲੇਅਰ ਕੀਤਾ ਗਿਆ ਸੀਗਾ, ਜਦੋਂ ਇਹ ਐਕਟ ਪਾਸ ਹੋਇਆ ਸੀਗਾ, ਮੁਸਲਿਮ ਵੂਮਨ ਪ੍ਰੋਟੈਕਸ਼ਨ ਆਫ ਰਾਈਟ ਔਨ ਮੈਰਿਜ ਐਕਟ 2019। ਠੀਕ ਹੈ। ਟ੍ਰਿਪਲ ਤਲਾਕ ਦੇ ਖਿਲਾਫ ਬਿੱਲ ਬਣਿਆ ਸੀਗਾ। ਉਸ ਤੋਂ ਬਾਅਦ ਇਹਦੇ ਕੇਸਿਸ ਦੀ ਸੰਖਿਆ ਵੀ 82% ਡਿਕਲਾਈਨ ਹੋ ਗਈ। ਠੀਕ ਹੈ। ਇਸ ਨੂੰ ਤਲਾਕੇ ਬਿੱਦ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਜੰਕ ਫੂਡ ਤੋਂ ਮਤਲਬ ਕੀ ਹੁੰਦਾ ਸੀਗਾ ਕਿ ਬੱਚਿਆਂ ਦੀ ਹੈਲਥ ਖਰਾਬ ਹੋਣੀ ਸ਼ੁਰੂ ਹੋ ਗਈ ਸੀਗੀ, ਤਾਂ ਇਹਦੇ ਉੱਪਰ ਇੱਕ ਮਤਲਬ ਰੂਲ ਬਣਿਆ ਜਿਹੜਾ ਕਿ 50 ਮੀਟਰ ਦੇ ਅੰਦਰ ਸਕੂਲ ਦੇ ਨੇੜੇ ਤੇੜੇ 50 ਮੀਟਰ ਦੇ ਨੇੜੇ ਤੇੜੇ ਕੋਈ ਵੀ ਮਤਲਬ ਜੰਕ ਫੂਡ ਦੀ ਕੋਈ ਸਟੂਲ ਨਹੀਂ ਲਗਾ ਸਕਦਾ। ਤੇ ਜਿਹੜੀ ਸਕੂਲ ਦੇ ਅੰਦਰ ਕੰਟੀਨਾਂ, ਮੈਸਾਂ ਤੇ ਕਿਚਨ ਨੇ, ਠੀਕ ਹੈ, ਉਸ ਨੂੰ ਵੀ ਹੈਲਦੀ ਫੂਡ ਹੀ ਦੇਣਾ ਬੱਚਿਆਂ ਨੂੰ। ਮਤਲਬ ਉਸ 'ਤੇ ਸਾਰਾ ਜਿਹੜਾ ਉਹਦੇ ਵਿੱਚ ਫੈਟ, ਸ਼ੂਗਰ ਅਤੇ ਸਾਲਟ ਹੈ ਉਹਨੂੰ ਮਤਲਬ ਆਪਟੀਮਮ ਰੱਖਣਾ ਹੈ।
ਡੇਅਰ ਟੂ ਡਰੀਮ ਸਕੀਮ ਕੀ ਸੀਗੀ, ਇੱਕ ਇਨੋਵੇਸ਼ਨ ਕੋਂਟੈਸਟ ਸੀਗਾ ਜਿਹੜਾ ਕਿ 5th ਐਨੀਵਰਸਰੀ ਆਫ ਡਾਕਟਰ APJ ਅਬਦੁਲ ਕਲਾਮ ਦੀ ਯਾਦ ਵਿੱਚ ਰੱਖਿਆ ਗਿਆ ਸੀਗਾ। ਠੀਕ ਹੈ, ਇਹਦਾ ਮਕਸਦ ਕੀ ਸੀਗਾ, ਓਪਨ ਚੈਲੰਜ ਸੀਗਾ ਇਨੋਵੇਟਰ ਤੇ ਸਟਾਰਟਅਪਸ ਜਿਹੜੇ ਕੰਟਰੀ 'ਚ ਨੇ, ਠੀਕ ਹੈ, ਉਸ ਲਈ ਸੀਗਾ। ਠੀਕ ਹੈ, ਇਹ ਤਾਂ ਸੀਗੇ ਯਾਰ ਵੀ ਦੇਖੋ ਜਿਹੜੇ ਨੈਸ਼ਨਲ ਇਸ਼ੂ ਸੀਗੇ। ਹੁਣ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ, ਠੀਕ ਹੈ, ਇਹ ਇੰਟਰਨੈਸ਼ਨਲ ਇਸ਼ੂਜ਼ ਨੇ। ਠੀਕ ਹੈ, ਇਸ ਵਿੱਚ ਜਿਹੜੇ ਤਾਂ ਮਤਲਬ ਜਿਵੇਂ ਤੁਹਾਡੇ ਐਗਜ਼ਾਮ ਲਈ ਇੰਡੀਅਨ ਜਿਹੜੇ ਕਰੰਟ ਅਫੇਅਰਸ ਨੇ ਉਹ ਪੁੱਛੇ ਗਏ ਨੇ, ਤਾਂ ਜਿਸ ਵਿੱਚ ਇੰਡੀਆ ਡਾਇਰੈਕਟਲੀ ਇਨਵੋਲਵ ਹੈਗਾ, ਠੀਕ ਹੈ, ਉਹ ਕਰੰਟ ਅਫੇਅਰ ਮੈਂ ਤੁਹਾਨੂੰ ਹੁਣ ਐਕਸਪਲੇਨ ਕਰੂੰਗਾ। ਠੀਕ ਹੈ, ਜਿਵੇਂ ਮਿਆਂਮਾਰ ਸੀਗਾ, ਠੀਕ ਹੈ, ਮਿਆਂਮਾਰ ਵਿੱਚ ਯਾਰ ਪਹਿਲਾਂ ਮਿਲਟਰੀ ਰੂਲ ਸੀਗਾ, ਫਿਰ ਬਾਅਦ ਵਿੱਚ ਇਸ ਨੂੰ, ਠੀਕ ਹੈ, ਇਲੈਕਸ਼ਨਸ ਹੋਣ ਲੱਗੇ ਸੀਗੇ, ਲੇਕਿਨ ਹੁਣ ਫਿਰ ਤੋਂ ਉੱਥੇ ਮਤਲਬ ਮਿਲਟਰੀ ਰੂਲ ਲੱਗ ਗਿਆ। ਉਹਦੀ ਇੱਕ ਮਤਲਬ ਫੇਮਸ ਲੀਡਰ ਹੈਗੀ ਹੈ ਜਿਹੜੀ ਔਂਗ ਸੈਨ ਸੂ ਕੁਈ, ਠੀਕ ਹੈ, NLD ਦੀ। ਠੀਕ ਹੈ, ਇਹਦਾ ਨਾਮ ਤੁਸੀਂ ਯਾਦ ਰੱਖ ਸਕਦੇ ਹੋ, ਫੇਮਸ ਪਰਸਨੈਲਿਟੀ ਹੈ। ਹਾਫਿਜ਼ ਸਈਦ ਜਿਹਨੇ ਮੁੰਬਈ ਅਟੈਕ ਵਿੱਚ ਜਿਹਦਾ ਰੋਲ ਸੀਗਾ, ਠੀਕ ਹੈ, ਉਸ ਨੂੰ ਫਿਰ ਪਾਕਿਸਤਾਨ ਜਿਹੜਾ ਐਂਟੀ ਟੈਰਰ ਕੋਰਟ ਲਾਹੌਰ ਪਾਕਿਸਤਾਨ ਨੇ ਫਿਰ ਤੋਂ ਮਤਲਬ ਜੇਲ੍ਹ ਦੀ 10 ਸਾਲ ਦੀ ਜਗ੍ਹਾ 10 ਸਾਲ ਦੀ ਜੇਲ੍ਹ ਕਰ ਦਿੱਤੀ ਗਈ ਹੈ ਉਸ ਨੂੰ। ਠੀਕ ਹੈ, ਉਸ ਤੋਂ ਬਾਅਦ ਇੰਨਾ ਇੰਪੋਰਟੈਂਟ ਨਹੀਂ ਹੈ ਬੁੱਕ ਆ ਪ੍ਰੋਮਿਸ ਲੈਂਡ, ਇਸ ਵਿੱਚ ਇਹ ਜਿਹੜੇ ਡਾਕਟਰ PM ਮਨਮੋਹਨ ਸਿੰਘ ਸੀਗੇ, ਠੀਕ ਹੈ, ਉਹਨਾਂ ਦੀ ਵਾਈਸ ਥੋਟਫੁਲ ਤੇ ਸਕ੍ਰਿਪਚੁਅਲ ਹੋਨੈਸਟੀ ਲਈ, ਠੀਕ ਹੈ, ਇੱਕ ਬੁੱਕ ਲਿਖੀ ਸੀਗੀ ਬਰਾਕ ਓਬਾਮਾ ਨੇ। ਠੀਕ ਹੈ, ਬੁੱਕ ਆ ਪ੍ਰੋਮਿਸ ਲੈਂਡ, ਠੀਕ ਹੈ, ਕਿਸ ਦੇ ਉੱਪਰ ਲਿਖੀ ਗਈ ਹੈ, PM ਮਨਮੋਹਨ ਸਿੰਘ ਦੇ ਉੱਪਰ ਲਿਖੀ ਗਈ ਹੈ। ਗੁਰਦੁਆਰਾ ਕਰਤਾਰਪੁਰ ਇਸ਼ੂ ਜਿਹੜਾ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਲਾਸਟ ਦੇ 18 ਸਾਲ ਕੱਟੇ ਸਨ। ਠੀਕ ਹੈ, ਉਸ ਜਗ੍ਹਾ ਵਿੱਚ ਕੀ ਕੰਟਰੋਵਰਸੀ ਸੀਗੀ ਕਿ ਪਾਕਿਸਤਾਨ ਗਵਰਨਮੈਂਟ ਨੇ ਜਿਹੜੀ ਉਸਦੀ ਮੈਨੇਜਮੈਂਟ ਹੈ ਉਹ ਨੋਨ ਸਿੱਖ ਬੋਡੀ ਨੂੰ ਦੇਤੀ ਸੀਗੀ। ਠੀਕ ਹੈ, ਤੇ ਇੰਡੀਆ ਚਾਈਨਾ ਜਿਹੜਾ ਅੱਜ ਕੱਲ੍ਹ ਇਸ਼ੂ ਚੱਲ ਰਿਹਾ ਹੈ, ਉਹ ਈਸਟਰਨ ਲਦਾਖ ਵਿੱਚ ਮਤਲਬ ਦੋਨੋਂ ਨੇ ਡਿਸਐਂਗੇਜਮੈਂਟ ਮਤਲਬ ਵੀ ਆਪਣਾ ਵਾਪਸ ਹੋਣਾ ਸ਼ੁਰੂ ਕਰ ਦਿੱਤਾ ਗਿਆ ਹੈ। ਠੀਕ ਹੈ, ਤਾਂ ਉਹ ਇੱਕ ਸਟ੍ਰੈਟਜੀ ਵਾਈਜ਼ ਦੋਨੋਂ ਵਾਪਸ ਹੋ ਰਹੇ ਨੇ। ਠੀਕ ਹੈ, ਨੈਕਸਟ ਇਹ ਤਾਂ ਇਸ ਵਿੱਚ ਇੰਡੀਆ ਡਾਇਰੈਕਟਲੀ ਇਨਵੋਲਵ ਨਹੀਂ ਹੈਗਾ, ਤਾਂ ਇਹ ਵਾਲੇ ਆਪਾਂ ਛੱਡ ਵੀ ਸਕਦੇ ਹਾਂ ਕੁਐਸਚਨ। ਵਿਡਰੋਲ ਫਰੋਮ ਪੈਰਿਸ ਐਗਰੀਮੈਂਟ, ਦੇਖੋ ਜੇ ਕਿਹੜੀ ਕੰਟਰੀ ਨੇ ਪੈਰਿਸ ਐਗਰੀਮੈਂਟ ਤੋਂ ਵਿਡਰੋਲ ਕਰ ਲਿਆ, ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ। ਠੀਕ ਹੈ, ਇਹ ਜਿਹੜੀ ਸੀਗੀ ਇਹ ਕਿਸ ਦੇ ਉੱਪਰ ਸੀਗੀ, 2 ਡਿਗਰੀ ਸੈਲਸੀਅਸ ਜਿਹੜਾ ਮਤਲਬ ਰਾਈਜ਼ ਇਨ ਟੈਂਪਰੇਚਰ ਆ ਉਹ 2 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਠੀਕ ਹੈ, ਤੇ ਇਹ ਕਦੋਂ ਅਡੋਪਟ ਕੀਤਾ ਗਿਆ ਸੀ, ਕ੍ਰੀਏਟ ਕੀਤਾ ਗਿਆ ਸੀਗਾ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ, ਤੇ ਇਸ ਨੂੰ ਉਹ ਕੀਤਾ ਗਿਆ ਸੀਗਾ। ਠੀਕ ਹੈ, ਤੇ ਇਹ ਮੋਟੀ ਚੀਜ਼ ਤੁਸੀਂ ਇਹ ਯਾਦ ਰੱਖ ਸਕਦੇ ਹੋ ਕਿ ਕਿਹੜੀ ਕੰਟਰੀ ਇਸ ਚੋਂ ਵਿਡਰੋ ਕੀਤੀ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ। G20 ਸਮਿਟਸ ਵਿੱਚ ਦੇਖੋ ਕਿੰਨੇ ਨੇਸ਼ਨ ਨੇ, 19 ਨੇਸ਼ਨ ਨੇ। ਠੀਕ ਹੈ, ਤੇ 2023 ਵਿੱਚ ਇੰਡੀਆ ਇਸ ਨੂੰ ਹੋਸਟ ਕਰੇਗਾ। ਠੀਕ ਹੈ, 12th ਬ੍ਰਿਕਸ ਜਿਹੜੀ ਹੈ ਉਹ ਰਸ਼ੀਆ ਨੇ ਹੋਸਟ ਕੀਤੀ ਹੈ। ਠੀਕ ਹੈ, ਇਸ ਦਾ ਮਤਲਬ ਯਾਦ ਕਰ ਸਕਦੇ ਹੋ, ਦੇਖ ਸਕਦੇ ਹੋ ਇੱਕ ਵਾਰ, ਲੇਕਿਨ ਇਸ ਦੇ ਉੱਪਰ ਵੀ ਕੁਐਸਚਨ ਨਹੀਂ ਬਣੇਗਾ ਕਿਉਂਕਿ ਇੰਡੀਆ ਡਾਇਰੈਕਟਲੀ ਇਨਵੋਲਵ ਨਹੀਂ ਹੈਗਾ। ਠੀਕ ਹੈ, 73rd ਵਰਲਡ ਹੈਲਥ ਅਸੈਂਬਲੀ ਹੈ ਜਿਹੜਾ ਉਸਨੇ ਇੰਡੀਆ ਨੂੰ ਮਤਲਬ ਇਲੈਕਟ ਕੀਤਾ ਹੈ ਆਪਣੀ WHO ਐਗਜ਼ੀਕਿਊਟਿਵ ਬੋਰਡ ਵਿੱਚ, ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਆਪਰੇਸ਼ਨ ਥੰਡਰ, ਠੀਕ ਹੈ, ਆਪਰੇਸ਼ਨ ਥੰਡਰ ਬੇਸਿਕਲੀ ਯਾਰ ਮਤਲਬ ਇਲੀਗਲ ਟ੍ਰੇਡ ਹੈ ਜਿਹੜੀ ਵਾਈਲਡ ਲਾਈਫ ਅਤੇ ਫੋਰੈਸਟਰੀ ਦੇ ਖਿਲਾਫ ਹੈ। ਠੀਕ ਹੈ, ਉਸ ਦੇ ਰਿਲੇਟਿਡ ਇਹ ਇੱਕ ਮਤਲਬ ਸੀਰੀਜ਼ ਸ਼ੁਰੂ ਕੀਤੀ ਗਈ ਸੀ, 4 ਸੀਰੀਜ਼ ਸੀਗੀ। ਠੀਕ ਹੈ, ਬੇਸਿਕਲੀ ਇੰਨਾ ਕੀ ਯਾਦ ਰੱਖਣਾ, ਇਹ ਟਾਈਫੂਨ ਗੋਨੀ ਸੀਗਾ ਜਿਹੜਾ ਫਿਲੀਪੀਨਸ 'ਚ ਆਇਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਯਾਦ ਰੱਖ ਸਕਦੇ ਹੋ ਕਿ ਵਰਲਡ ਡਾਇਬਟਿਕਸ ਡੇ ਕਦੋਂ ਹੁੰਦਾ, ਨਵੰਬਰ 14 ਨੂੰ ਹੁੰਦਾ। ਠੀਕ ਹੈ, ਇਸ ਤੋਂ ਬਾਅਦ ਇਹ ਵਾਲੀ ਚੀਜ਼ਾਂ ਇੰਪੋਰਟੈਂਟ ਨੇ, ਸਲੀਨੈਕਸ ਕਿਹਨਾਂ ਦੇ ਵਿੱਚ 2 ਦੇਸ਼ਾਂ ਵਿੱਚ ਹੁੰਦੀ ਹੈ। ਠੀਕ ਹੈ, ਸ਼੍ਰੀਲੰਕਾ ਦੇ ਵਿੱਚ ਹੈ। 7th ਐਡੀਸ਼ਨ ਆਫ ਸਲਿੰਕਸ ਵਾਸ ਕੰਡਕਟਡ ਐਟ ਤ੍ਰਿਨਕੋਮੈਲੀ ਸ਼੍ਰੀਲੰਕਾ। ਠੀਕ ਹੈ, ਤਾਂ ਇਹ ਨਾਵਲ ਮੈਰੀਟਾਈਮ ਐਕਸਰਸਾਈਜ਼ ਹੈ ਇੰਡੀਆ ਤੇ ਸ਼੍ਰੀਲੰਕਾ ਵਿੱਚ, ਇੰਨਾ ਕੁ ਤੁਸੀਂ ਯਾਦ ਰੱਖਣਾ। ਠੀਕ ਹੈ, ਉਸ ਤੋਂ ਬਾਅਦ ਮਾਲਾਬਾਰ ਐਕਸਰਸਾਈਜ਼ ਹੈ ਜਿਹੜੀ ਉਹ ਟ੍ਰਾਈਲੇਟਰਲ ਨੇਵਲ ਐਕਸਰਸਾਈਜ਼ ਹੈ। ਠੀਕ ਹੈ, ਇਹ ਇੰਡੀਆ, ਜਾਪਾਨ ਤੇ USA ਵਿੱਚ ਹੈ, ਲੇਕਿਨ ਇਸ ਸਾਲ ਆਸਟ੍ਰੇਲੀਆ ਨੇ ਵੀ ਪਾਰਟਿਸਿਪੇਟ ਕੀਤਾ ਸੀਗਾ। ਠੀਕ ਹੈ, ਬੋਂਗੋ ਸਾਗਰ ਕਿਹਦੇ ਵਿੱਚ ਹੈ, ਠੀਕ ਹੈ, ਇੰਡੀਆ ਐਂਡ ਬੰਗਲਾਦੇਸ਼ ਵਿੱਚ। ਨੇਵੀਜ਼ ਐਕਸਰਸਾਈਜ਼ ਹੈ ਜਿਹੜੀ ਬੇ ਆਫ ਬੰਗਾਲ ਵਿੱਚ ਹੋਈ ਸੀਗੀ। ਠੀਕ ਹੈ, ਤੇ ਅਗਲਾ ਫਾਟਫ ਐਂਡ ਪਾਕ, ਦੇਖੋ ਫਾਟਫ ਦੀ ਫੁੱਲ ਫਾਰਮ ਤੁਸੀਂ ਯਾਦ ਰੱਖਣੀ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਜਿਸਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਪਾਤਾ। ਠੀਕ ਹੈ, ਗ੍ਰੇ ਲਿਸਟ ਵਿੱਚ ਪਾਉਣ ਕਰਕੇ ਉਸ ਨੂੰ ਹੁਣ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਉਸ ਤੋਂ ਲੋਨ ਲੈਣਾ ਮੁਸ਼ਕਿਲ ਹੋ ਜਾਊਗਾ।
ਉਸ ਤੋਂ ਬਾਅਦ ਗਲੋਬਲ ਹੰਗਰ ਇੰਡੈਕਸ ਵਿੱਚ ਜਿਹੜਾ ਇੰਡੀਆ ਦਾ ਰੈਂਕ ਹੈਗਾ ਉਹ 94th ਹੈ। ਠੀਕ ਹੈ, ਇਹ ਕਿਹਦੇ ਦੁਆਰਾ ਪ੍ਰਿਪੇਅਰ ਕੀਤੀ ਜਾਂਦੀ ਹੈ? ਵੈਲੰਗਰ ਲਾਈਫ ਐਂਡ ਕੰਸਰਨ ਵਰਲਡ ਵਾਈਡ ਦੁਆਰਾ। ਗਲੋਬਲ ਟਿਊਬਰਕਲੋਸਿਸ ਵਿੱਚ ਇੰਡੀਆ ਦੀ ਪੋਜੀਸ਼ਨ ਵਧੀਆ ਨਹੀਂ ਹੈਗੀ, 26% ਦੇ ਟੋਟਲ ਕੇਸਿਸ ਦਾ ਇੰਡੀਆ ਵਿੱਚ ਹੀ ਹੁੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਵਰਲਡ ਸਟੂਡੈਂਟਸ ਡੇ ਹੈ ਜਿਹੜਾ ਉਹ 15 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਕਿਹਦੀ ਯਾਦ ਵਿੱਚ ਮਨਾਇਆ ਜਾਂਦਾ ਹੈ? ਬਰਥ ਐਨੀਵਰਸਰੀ ਆਫ ਫਾਰਮਰ ਪ੍ਰੈਜ਼ੀਡੈਂਟ ਏਪੀਜੇ ਅਬਦੁਲ ਕਲਾਮ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸਭ ਤੋਂ ਲੌਂਗੈਸਟ ਸਰਵਿੰਗ ਪੀਐਮ ਜਾਪਾਨ ਦੇ ਕਿਹੜੇ ਸੀ? ਸ਼ਿੰਜੋ ਐਬੇ ਸੀਗੇ। ਉਹਨਾਂ ਦੀ ਹੈਲਥ ਹੁਣ ਖਰਾਬ ਰਹਿ ਗਈ ਸੀਗੇ ਤਾਂ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਸੀਗਾ। ਤਾਂ ਹੁਣ ਨਵੇਂ ਕਿਹੜੇ ਬਣੇ ਨੇ? ਯੋਸ਼ੀਦੀ ਸੁਗਾ। ਠੀਕ ਹੈ, ਬਸ ਇਹ ਤੁਸੀਂ ਇੰਨਾ ਕੁ ਯਾਦ ਰੱਖ ਸਕਦੇ ਹੋ ਕਿਉਂਕਿ ਨਵੇਂ ਬਣੇ ਨੇ। ਉਸ ਤੋਂ ਬਾਅਦ ਵਰਲਡ ਲਾਰਜੈਸਟ ਸੋਲਰ ਟਰੀ ਕਿੱਥੇ ਇੰਸਟਾਲ ਹੋਇਆ? ਠੀਕ ਹੈ, ਇਹ ਯਾਦ ਰੱਖ ਸਕਦੇ ਹੋ, ਇੰਪੋਰਟੈਂਟ ਹੈ, ਦੁਰਗਾਪੁਰ ਵਿੱਚ ਇੰਸਟਾਲ ਹੋਇਆ ਹੈ। ਠੀਕ ਹੈ, ਉਸ ਤੋਂ ਬਾਅਦ ਐਨਐਸਓ ਨੇ ਹੁਣ ਸਰਵੇ ਕੀਤਾ, ਲਿਟਰੇਸੀ ਰੇਟ ਕਿੰਨੀ ਹੈ? ਓਵਰਆਲ ਲਿਟਰੇਸੀ ਰੇਟ 77.7% ਹੈ। ਠੀਕ ਹੈ, ਇਹ ਬੈਸਟ ਪਰਫੋਰਮਿੰਗ ਸਟੇਟ ਕਿਹੜੀ ਹੈ? ਕੇਰਲਾ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖ ਸਕਦੇ ਹੋ ਇੰਨਾ ਕੁ। ਤੇ ਆਂਧਰ ਪ੍ਰਦੇਸ਼ ਦੀ ਘੱਟ ਹੈ। ਠੀਕ ਹੈ, ਇਹ ਵੀ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਓਜ਼ੋਨ ਡੇ ਦੇਖੋ, ਜਿਹੜਾ 16 ਸਤੰਬਰ ਨੂੰ ਓਜ਼ੋਨ ਡੇ UN ਸੈਲੀਬ੍ਰੇਟਡ ਓਜ਼ੋਨ ਲੇਅਰ ਡੇ, ਠੀਕ ਹੈ, 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਤੇ ਇਹ ਵੀਨਾ ਕਨਵੈਨਸ਼ਨ ਵਿੱਚ ਜਦੋਂ ਇਸ ਦੇ ਉੱਪਰ ਗੱਲ ਹੋਈ ਸੀਗੀ ਪ੍ਰੋਟੈਕਸ਼ਨ ਆਫ ਓਜ਼ੋਨ ਲੇਅਰ 1985 ਵਿੱਚ, ਅਤੇ ਮੌਂਟਰੀਅਲ ਪ੍ਰੋਟੋਕੋਲ ਵਿੱਚ ਜਿਹਦੇ ਸਬਸਟੈਂਸਿਸ ਕਰਕੇ ਓਜ਼ੋਨ ਲੇਅਰ ਡਿਪਲੀਟ ਹੁੰਦੀ ਹੈ ਉਸ ਦੇ ਬਾਰੇ ਗੱਲ ਹੋਈ ਸੀਗੀ। ਠੀਕ ਹੈ, ਤਾਂ ਵੀਨਾ ਕਨਵੈਨਸ਼ਨ ਅਤੇ ਮੌਂਟਰੀਅਲ ਪ੍ਰੋਟੋਕੋਲ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਇੰਟਰਨੈਸ਼ਨਲ ਡੇ ਆਫ ਪੀਸ 2020 ਕਿਹੜਾ ਸੀਗਾ? ਸਤੰਬਰ 21 ਸੀਗਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਹੁਣ ਸੈਕਟਰੀ ਜਨਰਲ UNO ਦੇ ਕਿਹੜੇ ਨੇ? ਐਂਟੋਨੀਓ ਗੁਟਰਸ ਨੇ। ਵੋਡਾਫੋਨ ਕੇਸ ਵਿੱਚ ਕੀ ਸੀਗਾ ਯਾਰ? ਵੀ ਜਿਹੜਾ ਇੰਡੀਆ ਨੇ ਨਾ, ਮਤਲਬ ਜਿਹੜਾ ਵੋਡਾਫੋਨ ਹੈ ਉਸਦੇ ਉੱਪਰ ਮਤਲਬ ਟੈਕਸ ਲਾਇਬਿਲਿਟੀ ਲਗਾਤੀ ਸੀਗੀ। ਤਾਂ ਇਹ ਕੇਸ ਜਿਹੜਾ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਟ੍ਰਿਬਿਊਨਲ ਹੈਗ ਵਿੱਚ ਗਿਆ ਸੀਗਾ। ਅਤੇ ਕਿਹੜੀ ਦੋ ਕੰਟਰੀਜ਼ ਦੇ ਵਿੱਚ ਸੀਗਾ? ਇੰਡੀਆ ਨੀਦਰਲੈਂਡ ਵਿੱਚ ਸੀਗਾ। ਠੀਕ ਹੈ, ਇਹ ਕੇਸ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਇਹ ਬੇਸਿਕ ਜਿਹੜੇ ਕੁਐਸਚਨ ਸੀਗੇ ਯਾਰ, ਮਤਲਬ ਇਹ ਮੇਰੀ ਪੂਰੀ ਕੋਸ਼ਿਸ਼ ਰਹੀ ਹੈ ਵੀ ਤੁਹਾਨੂੰ ਜਿਹੜੇ 2020 ਵਿੱਚ ਇੰਡੀਆ ਦੇ ਜਿਹੜੇ ਨੈਸ਼ਨਲ ਇਸ਼ੂਜ਼ ਸੀਗੇ ਅਤੇ ਇੰਟਰਨੈਸ਼ਨਲ ਇਸ਼ੂਜ਼ ਜਿਸ ਵਿੱਚ ਇੰਡੀਆ ਲਿੰਕ ਕਰਦਾ, ਮੈਂ ਤੁਹਾਨੂੰ ਸਾਰੇ ਮਤਲਬ ਜਿੰਨੇ ਵੀ ਮੁੱਦੇ ਸੀਗੇ ਸਾਰੇ ਮੈਂ ਤੁਹਾਨੂੰ ਅੱਜ ਦੱਸਤੇ। ਠੀਕ ਹੈ, ਇਸ ਤੋਂ ਬਾਅਦ ਆਪਣੀ ਕੋਸ਼ਿਸ਼ ਰਹੂਗੀ ਕਿ ਜਿਹੜੇ ਮਤਲਬ ਕਰੰਟ ਹੌਟ ਟੌਪਿਕਸ ਨੇ ਉਹ ਮੈਂ ਤੁਹਾਨੂੰ ਸਾਰੇ ਮਤਲਬ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਇੰਪੋਰਟੈਂਟ ਨੇ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਐਕਸਪਲੇਨ ਕਰ ਦੂੰਗਾ। ਠੀਕ ਹੈ, ਚਲੋ ਓਕੇ, ਥੈਂਕ ਯੂ।